हेलो फ्रेंड्स, वेलकम टू योर यूट्यूब चैनल इंग्लिश फैमिली 87। सो अपनी इस वीडियो ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ। ਉਸ ਦੀ ਯੂਨਿਟ ਹੈ ਜਿਹੜੀ ਉਹ ਆਪਾਂ ਕਰਨ ਜਾ ਰਹੇ ਹਾਂ 20 ਨੰਬਰ ਯੂਨਿਟ ਨੰਬਰ 20। ਇਸ ਦੇ ਵਿੱਚ ਦੇਖੋ ਆਪਾਂ ਨੇ ਕੀ ਕਰਨਾ ਹੈ। ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਹੈ, ਬ੍ਰੈਕਟ ਦੇ ਵਿੱਚ ਆਈ ਐਮ ਗੋਇੰਗ ਟੂ, ਦੁਬਾਰਾ ਬ੍ਰੈਕਟ ਦੇ ਵਿੱਚ ਡੂ। ਹੁਣ ਇਸ ਦਾ ਮਤਲਬ ਕੀ ਹੈ? कई ਜਿਹੜੇ स्टूडेंट्स ने वो ये देख के पजल हो जाते हैं कि ये आई एम गोइंग टू ब्रैकेट ਦੇ ਵਿੱਚ ਦੁਬਾਰਾ फिर डू ਦਿੱਤਾ, ਇਸ ਦਾ ਮਤਲਬ ਕੀ ਹੈ। ਸਭ ਤੋਂ ਪਹਿਲੀ ਗੱਲ ਦੇਖੋ, ਇਹ ਸਮਝਾਉਣਾ ਤੁਹਾਨੂੰ ਮੈਂ, ਜਿਹੜਾ ਬ੍ਰੈਕਟ ਦੇ ਵਿੱਚ आई एम ਹੈ, ਇਸ ਦਾ ਮਤਲਬ ਹੈ ਕਿ आई ਸਬਜੈਕਟ। ਇਹਨਾਂ ਨੇ आई ਦੇਤਾ, ਜ਼ਰੂਰੀ ਨਹੀਂ ਕਿ ਇਕੱਲਾ आई, ਕੁਝ ਵੀ ਹੋ ਸਕਦਾ, ਹੀ ਸ਼ੀ ਇਟ ਦੇ, ਕੁਝ ਵੀ ਹੋ ਸਕਦਾ। ਉਸ ਤੋਂ ਬਾਅਦ ਇਹਨਾਂ ਨੇ ਦਿੱਤਾ एम, ਕਿਉਂਕਿ आई ਦੇ ਨਾਲ ਇਹਨਾਂ ਨੇ ਪ੍ਰੈਜੈਂਟ ਫਾਰਮ ਲਾਈ ਹੈ एम, ਤਾਂ ਇੱਥੇ ਆ ਗਿਆ ਆਪਣਾ इज एम आर, ਜਾਂ ਫਿਰ ਜੇਕਰ ਪਾਸਟ ਦੀ ਫਾਰਮ ਹੋਵੇ ਤਾਂ ਵਾਜ਼ ਵਰਬ ਵੀ ਹੋ ਸਕਦਾ। ਕੁੱਲ ਮਿਲਾ ਕੇ ਜਿਹੜੀ ਇਹ ਫਾਰਮ ਹੈ ਇਹ ਹੁੰਦੀ ਹੈ ਬੀ ਗੋਇੰਗ ਟੂ। ਆਪਾਂ ਹੁਣ ਜਿਹੜੀ ਕਰਨ ਜਾ ਰਹੇ ਹਾਂ ਉਹ ਬੀ ਗੋਇੰਗ ਟੂ ਕਰਨ ਜਾ ਰਹੇ ਹਾਂ। ਬੀ ਗੋਇੰਗ ਟੂ ਕਿਸ ਤਰ੍ਹਾਂ? ਦੇਖੋ, ਆਈ ਹੋ ਗਿਆ, ਇਹ ਤਾਂ ਸਬਜੈਕਟ ਹੋ ਗਿਆ। ਉਸ ਤੋਂ ਬਾਅਦ ਆਈ ਨਾਲ ਐਮ ਜਿਹੜਾ ਹੈ ਇਜ਼ ਐਮ ਆਰ, ਜੇਕਰ ਪਾਸਟ ਹੁੰਦੀ ਤਾਂ ਵਾਜ਼ ਵਰ, ਇਹ ਬੀ ਦੀ ਫਾਰਮਸ ਆ ਗਈਆਂ, ਮਤਲਬ ਕਿ ਇੱਥੇ ਬੀ ਹੈ। ਉਸ ਤੋਂ ਬਾਅਦ ਗੋਇੰਗ ਟੂ, ਉਸ ਤੋਂ ਬਾਅਦ ਟੂ ਤੋਂ ਬਾਅਦ ਵਰਬ ਦੀ ਫਸਟ ਫਾਰਮ, ਟੂ ਤੋਂ ਬਾਅਦ ਆਪਾਂ ਇਨਫਿਨਿਟਿਵ ਦਾ ਯੂਜ਼ ਕਰਾਂਗੇ। ਇਹ ਡੂ ਦਾ ਜਿਹੜਾ ਮਤਲਬ ਹੈ, ਇਸ ਦਾ ਮਤਲਬ ਹੈ ਵਰਬ ਦੀ ਫਸਟ ਫਾਰਮ। ਮਤਲਬ ਕਿ ਸਟਰਕਚਰ ਹੈ ਜਿਹੜਾ ਉਹ ਕਿਸ ਤਰ੍ਹਾਂ ਬਣੇਗਾ? ਇਸ ਤਰ੍ਹਾਂ ਬਣੇਗਾ। ਸਭ ਤੋਂ ਪਹਿਲਾਂ ਸਬਜੈਕਟ, ਉਸ ਤੋਂ ਬਾਅਦ ਬੀ, ਇਸ ਬੀ ਦੀ ਇੱਥੇ ਫਾਰਮ ਆਏਗੀ। ਜੇਕਰ ਆਪਾਂ ਪ੍ਰੈਜੈਂਟ ਦੀ ਗੱਲ ਕਰ ਰਹੇ ਹਾਂ ਤਾਂ ਇਜ਼ ਐਮ ਆਰ ਸਬਜੈਕਟ ਦੇ ਅਕੋਰਡਿੰਗ ਲਾਵਾਂਗੇ। ਜੇਕਰ ਆਪਾਂ ਪਾਸਟ ਦੀ ਗੱਲ ਕਰ ਰਹੇ ਹਾਂ ਫਿਰ ਆਪਾਂ ਵਾਜ਼ ਜਾਂ ਫਿਰ ਵਰ ਦਾ ਯੂਜ਼ ਕਰਾਂਗੇ ਅਕੋਰਡਿੰਗ ਟੂ ਸਬਜੈਕਟ। ਉਸ ਤੋਂ ਬਾਅਦ ਗੋਇੰਗ ਟੂ, ਉਸ ਤੋਂ ਬਾਅਦ ਪਲੱਸ ਵਰਬ ਦੀ ਫਸਟ ਫਾਰਮ। ਕੋਈ ਵੀ ਫਾਰਮ ਹੋ ਸਕਦੀ ਹੈ, ਜੋ ਆਪਾਂ ਕੰਮ ਕਰਾਂਗੇ ਉਹ ਫਾਰਮ ਹੋ ਸਕਦੀ ਹੈ। ਫਾਰ ਐਗਜ਼ਾਮਪਲ ਆਪਾਂ ਕਹੀਏ ਆਈ ਐਮ ਗੋਇੰਗ ਟੂ ਸਿੰਗ ਅ ਸੌਂਗ, आई एम गोइंग टू सिंग अ सॉन्ग। ਜਾਂ ਫਿਰ ਕਹਿ ਸਕਦੇ ਹਾਂ आई एम गोइंग टू रीड अ बुक। ਜ਼ਰੂਰੀ ਨਹੀਂ ਕਿ आई ਹੀ ਹੋਏਗਾ, ਇੱਥੇ ਹੀ ਵੀ ਹੋ ਸਕਦਾ ਹੈ। ਹੀ ਫਿਰ ਹੀ ਨਾਲ ਇਜ਼ ਆ ਜਾਏਗਾ। ਹੀ ਇਜ਼ ਗੋਇੰਗ ਟੂ ਰੀਡ ਅ ਬੁੱਕ। ਹੁਣ ਇਜ਼ ਐਮ ਆਰ ਦੀ ਜਗ੍ਹਾ ਤੇ ਵਾਜ਼ ਵਰਬ ਵੀ ਹੋ ਸਕਦਾ ਹੈ, ਇਸ ਤਰ੍ਹਾਂ ਵੀ ਹੋ ਸਕਦਾ ਹੈ ਹੀ ਵਾਜ਼ ਗੋਇੰਗ ਟੂ ਰੀਡ ਅ ਬੁੱਕ। ਬਟ ਹੁਣ ਉਹ ਆਪਾਂ ਯੂਜ਼ ਕਦੋਂ ਕਰਨੇ ਨੇ, ਕਦੋਂ ਯੂਜ਼ ਹੋਣਗੇ, ਉਸ ਦੀ ਆਪਾਂ ਗੱਲ ਕਰਾਂਗੇ ਆਪਣੀ ਇਸ ਯੂਨਿਟ ਦੇ ਵਿੱਚ। ਹੁਣ ਇਹ ਬੀ ਗੋਇੰਗ ਟੂ ਜਿਹੜੀ ਫਾਰਮ ਹੈ, ਆਪਾਂ ਫਿਊਚਰ ਦੇ ਲਈ ਇਸ ਦਾ ਯੂਜ਼ ਕਰਨਾ ਸਿੱਖਾਂਗੇ। ਜੇਕਰ ਤੁਹਾਡੇ ਯਾਦ ਹੋਵੇ, ਆਪਾਂ ਇਸ ਤੋਂ ਪਿਛਲੀ ਜਿਹੜੀ ਯੂਨਿਟ ਕੀਤੀ ਹੈ 19 ਨੰਬਰ ਯੂਨਿਟ, ਉਸ ਦੇ ਵਿੱਚ ਆਪਾਂ ਨੇ ਪ੍ਰੈਜੈਂਟ ਕੰਟੀਨਿਊਸ ਜਿਹੜਾ ਆਪਣਾ ਟੈਂਸ ਹੈ ਔਰ ਪ੍ਰੈਜੈਂਟ ਸਿੰਪਲ ਜਿਹੜਾ ਆਪਣਾ ਟੈਂਸ ਹੈ, ਉਹਨਾਂ ਦਾ ਯੂਜ਼ ਆਪਾਂ ਫਿਊਚਰ ਦੇ ਲਈ ਕਿਸ ਤਰ੍ਹਾਂ ਕਰਦੇ ਹਾਂ ਉਹ ਆਪਾਂ ਯੂਜ਼ ਕਰਨਾ ਸਿੱਖਿਆ। ਪ੍ਰੈਜੈਂਟ ਕੰਟੀਨਿਊਸ ਹੈ ਤਾਂ ਪ੍ਰੈਜੈਂਟ ਦੇ ਲਈ ਤਾਂ ਕਰਾਂਗੇ ਹੀ, ਪ੍ਰੈਜੈਂਟ ਇੰਡੈਫੀਨਿਟ ਹੈ ਤਾਂ ਪ੍ਰੈਜੈਂਟ ਦੇ ਲਈ ਤਾਂ ਉਸ ਦਾ ਯੂਜ਼ ਕਰਾਂਗੇ ਹੀ, ਬਟ ਫਿਊਚਰ ਦੇ ਲਈ ਉਹਨਾਂ ਦਾ ਯੂਜ਼ ਕਿਸ ਤਰ੍ਹਾਂ ਹੁੰਦਾ ਉਹ ਆਪਾਂ ਪਿਛਲੀ ਯੂਨਿਟ ਹੈ ਜਿਹੜੀ ਉਹ ਕਰ ਚੁੱਕੇ ਹਾਂ। ਔਰ ਇਸ ਯੂਨਿਟ ਦੇ ਵਿੱਚ ਆਪਾਂ ਬੀ ਗੋਇੰਗ ਟੂ, ਇਸ ਦਾ ਯੂਜ਼ ਆਪਾਂ ਫਿਊਚਰ ਦੇ ਲਈ ਕਿਸ ਤਰ੍ਹਾਂ ਕਰਦੇ ਹਾਂ ਉਹ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਕਰਾਂਗੇ। ਬਿਲਕੁਲ ਆਸਾਨ ਹੈ। ਜਿਹੜੀ ਪਿਛਲੀ ਆਪਣੀ ਐਕਸਰਸਾਈਜ਼ ਹੈ, ਪਿਛਲੀ ਯੂਨਿਟ ਹੈ, ਉਸ ਦੇ ਨਾਲ ਮਿਲਦਾ ਜੁਲਦਾ। ਜਿਹੜੀ ਆਪਾਂ ਪਿਛਲੀ ਯੂਨਿਟ ਦੇ ਵਿੱਚ ਪ੍ਰੈਜੈਂਟ ਕੰਟੀਨਿਊਸ ਦਾ ਯੂਜ਼ ਆਪਾਂ ਫਿਊਚਰ ਦੇ ਲਈ ਕਰਦੇ ਹਾਂ, ਉਸ ਦੇ ਨਾਲ ਆਪਾਂ ਉਸ ਦੀ ਜਗ੍ਹਾ ਤੇ ਪ੍ਰੈਜੈਂਟ ਕੰਟੀਨਿਊਸ ਦੀ ਜਗ੍ਹਾ ਤੇ ਆਪਾਂ ਬੀ ਗੋਇੰਗ ਟੂ ਦਾ ਵੀ ਯੂਜ਼ ਕਰ ਸਕਦੇ ਹਾਂ। ਫਾਰ ਐਗਜ਼ਾਮਪਲ ਦੇਖੋ, ਸਭ ਤੋਂ ਪਹਿਲਾਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪ੍ਰੈਜੈਂਟ ਕੰਟੀਨਿਊਸ ਦਾ ਯੂਜ਼ ਆ ਜਿਹੜਾ ਪਿਛਲੀ ਯੂਨਿਟ ਦੇ ਵਿੱਚ ਫਿਊਚਰ ਦੇ ਲਈ ਕਿਸ ਤਰ੍ਹਾਂ ਕੀਤਾ ਸੀ। ਆਪਾਂ ਇਸ ਤਰ੍ਹਾਂ ਕਹਿ ਸਕਦੇ ਸੀ, ਇੱਥੇ ਆਪਾਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਲਿਖਦਾ, ਆਈ ਐਮ ਸਿੰਗਿੰਗ ਅ ਸੌਂਗ ਟੂਮੋਰੋ। ਆਈ ਐਮ ਸਿੰਗਿੰਗ ਅ ਸੌਂਗ ਟੂਮੋਰੋ। ਹੁਣ ਜੇਕਰ ਆਪਾਂ ਇਸ ਤਰ੍ਹਾਂ ਬੋਲਦੇ ਹਾਂ, ਵੈਸੇ ਤਾਂ ਦੇਖੋ ਇਹ ਪ੍ਰੈਜੈਂਟ ਕੰਟੀਨਿਊਸ ਹੈ, ਜੇਕਰ ਆਪਾਂ ਸਿਰਫ ਇੰਨਾ ਕਹਿੰਦੇ ਹਾਂ ਆਈ ਐਮ ਸਿੰਗਿੰਗ ਅ ਸੌਂਗ ਟੂਮੋਰੋ ਨਾ ਹੋਵੇ, ਕੱਲ੍ਹ ਦੀ ਗੱਲ ਨਾ ਕਰੀਏ, ਫਿਰ ਤਾਂ ਇਹਦਾ ਮਤਲਬ ਆਪਾਂ ਪ੍ਰੈਜੈਂਟ ਦੀ ਗੱਲ ਕਰ ਰਹੇ ਹਾਂ ਕਿ ਮੈਂ ਗੀਤ ਇਸ ਵਕਤ ਗਾ ਰਿਹਾ, ਜਿਸ ਵਕਤ ਮੈਂ ਬੋਲ ਰਿਹਾ। ਬਟ ਆਪਾਂ ਨੇ ਕਿਹਾ ਆਈ ਐਮ ਸਿੰਗਿੰਗ ਅ ਸੌਂਗ ਟੂਮੋਰੋ, ਕਿ ਮੈਂ ਕੱਲ੍ਹ ਨੂੰ ਗੀਤ ਗਾਉਣ ਜਾ ਰਿਹਾ, ਮਤਲਬ ਕਿ ਜਿਹੜਾ ਗੀਤ ਗਾਉਣ ਦਾ ਮੈਂ ਕੰਮ ਕਰੂੰਗਾ ਇਹ ਮੈਂ ਕੱਲ੍ਹ ਨੂੰ ਕਰੂੰਗਾ, ਬਟ ਮੈਂ ਡਿਸਾਈਡ ਕਰ ਲਿਆ। ਸੋ ਇਸ ਤਰ੍ਹਾਂ ਇਹ ਹੋ ਗਈ ਪ੍ਰੈਜੈਂਟ ਕੰਟੀਨਿਊਸ। ਬਟ ਜੇਕਰ ਆਪਾਂ ਚਾਹੀਏ ਇਸੇ ਸੈਂਟੈਂਸ ਨੂੰ ਸੈਂਸ ਬਿਲਕੁਲ ਸੇਮ ਰਹੇਗੀ, ਆਪਾਂ ਇਸ ਦੀ ਜਗ੍ਹਾ ਤੇ ਆਈ ਐਮ ਸਿੰਗਿੰਗ ਅ ਸੌਂਗ ਪ੍ਰੈਜੈਂਟ ਕੰਟੀਨਿਊਸ ਦੀ ਜਗ੍ਹਾ ਤੇ ਆਪਾਂ ਬੀ ਗੋਇੰਗ ਟੂ ਦਾ ਯੂਜ਼ ਕਰ ਸਕਦੇ ਹਾਂ। ਫਿਰ ਇਹ ਸੈਂਟੈਂਸ ਇਸ ਤਰ੍ਹਾਂ ਬਣ ਜਾਏਗਾ,
आई एम, उस तो बाद इत्थे आएगा गोइंग टू, आई एम गोइंग टू, फिर जी सिंगिंग ये वर्ब की फॉर्म नाल आपां ING यूज किया, प्रेजेंट कंटीन्यूअस बनाया, ये फर्स्ट फॉर्म लग जाएगी, ये बन जाएगा आई एम गोइंग टू, फिर फर्स्ट फॉर्म सिंग अ सॉन्ग टुमोरो, आई एम गोइंग टू सिंग अ सॉन्ग टुमोरो, या फिर आई एम सिंगिंग अ सॉन्ग टुमोरो। दोनों सेंटेंसां दा मतलब बिल्कुल सेम है, सेंस बिल्कुल सेम है, कोई फर्क नहीं। हुण इस दे विच सब तो पहला आपां रूल्स ने जिहड़े वो आपां देखांगे किस तरह आपां कदों किस दा यूज करना है। इन्हां दा यूज है जिहड़ा बी गोइंग टू इस दा, इस एक्सरसाइज दा, और इस तो पिछली प्रेजेंट कंटीन्यूअस दा फ्यूचर दे लई दोवां दा बिल्कुल सेम आपां एक दूसरे दी जगह ते यूज कर सकते हैं। सिर्फ रूल्स ने जिहड़े छोटा जिहा ही फर्क है, ज़्यादा वड्डा फर्क नहीं है। वैसे आप इस तो अगे जो एक्सरसाइज करांगे बिल्कुल आसानी के नाल तुसीं कर पाओगे, कोई प्रॉब्लम नहीं। बट फिर भी रूल्स ने जिहड़े छोटा जिहा जो डिफरेंस है दोवां दे विच वो आपां देख लैंदे आ कि है की है। हालांकि यूज एक दूसरे की जगह पर हो सकते हैं, कोई प्रॉब्लम नहीं, बट फिर भी इन्हां दे विच थोड़ा जिहा डिफरेंस है भी जेकर आपां कहने आई एम सिंगिंग अ सॉन्ग टुमोरो ਜਾਂ फिर कहने आई एम गोइंग टू सिंग अ सॉन्ग टुमोरो, दोवां दे विच सेंस दे विच बिल्कुल 19-21 का फर्क है। वो फर्क की है सिर्फ वो आप पता करांगे, अदरवाइज आप दोवें ही यूज कर सकते हैं, दोवें ही स्ट्रक्चर बिल्कुल राइट ने। देखो सब तो पहला नंबर 1 रजिस्टर के उपर नोट करते जाना है, जो मैं ये लिखिया सारे रूल्स बस इत्थे आ गए। इस तो बाद सीधा आप यूनिट जी एक्सरसाइज ने वो आप करांगे इन्हां दियां। सब तो पहला देखो आई एम गोइंग टू डू समथिंग, मतलब कि आई एम गोइंग टू डू समथिंग, गोइंग टू आ गया इत्थे। इसका मतलब की है, ये आप कदों यूज करते हैं आई एम गोइंग टू डू समथिंग, मतलब कि ए वाली आई एम गोइंग टू डू मतलब बी गोइंग टू का यूज आप कदों करते हैं फ्यूचर के लिए। तो कदों करते हैं आई हैव ऑलरेडी डिसाइडेड टू डू इट, जदों कोई काम आपने ऑलरेडी पहला तो डिसाइड कर लिया कि यह काम मैं करूँगा, ठीक है ना, तो आप बी गोइंग टू का यूज करते हैं। आई इंटेंड टू डू इट मतलब मैं इरादा कर लिया यह काम करने का, तो उत्थे आपां बी गोइंग टू ए वाली फॉर्म है जी आपां इसका यूज करते हैं। जिस तरह एग्जाम्पल देखो ए बोल रहा सब तो पहला, कहना आई हियर सारा हैज़ बॉर्न सम मनी, कहना मैं सुनिया है कि जी सारा है उसने कुछ पैसे ने जिहड़े वो जिते ने। उस तो अगे कहना वट इज शी गोइंग टू डू विद इट, तो इन्हां पैसों नाल कहना वो की करन जा रही है, उसने की डिसाइड किया, उसने की डिसाइड किया कि उसने इरादा किया भी इन्हां पैसों का वो की करेगी। देखो वट क्योंकि इंटैरोगेटिव है, इज अगे आ गया, इज फिर सब्जैक्ट आ गया शी, फिर गोइंग टू मतलब कि इज गोइंग टू डू वर्ब की फर्स्ट फॉर्म आ गई। देखो ए वाला हो गया इज, इस सब्जैक्ट की शी क्योंकि सब्जैक्ट तो पहला हैल्पिंग वर्ब लग गया, तो इज गोइंग टू उस तो बाद डू की फॉर्म आ गई डू विद इट, भी इन्हां पैसों नाल वो की करेगी। तो बी है जो जवाब दिंदा है वो की कह रहा है शी इज गोइंग टू बाय अ न्यू कार, वो एक नवी कार खरीदन जा रही है, मतलब कि हाले उसने खरीदी नहीं, खरीदेगी अगे फ्यूचर दे विच। तां इत्थे बी गोइंग टू का यूज होया। देखो ये बी दी फॉर्म है इज क्योंकि प्रेजेंट की गल हो रही है, अगे गोइंग टू फिर ये बाय वर्ब की फर्स्ट फॉर्म है जी वो आ गई, उस तो बाद अ न्यू कार। सो इस तरह आप बी गोइंग टू का यूज करते हैं। हुण दोवां दे विच फर्क की है, एक तो प्रेजेंट कंटीन्यूअस वाला जो पिछली 19 नंबर आप यूनिट दे विच कीता है, और एक ए वाला बी गोइंग टू, दोवां दे विच की फर्क है। हालांकि मैं पहला दस्सिया एक दूसरे की जगह पर यूज होंदियां ने, बिल्कुल छोटा जिहा फर्क है, वो आप जो छोटा जिहा फर्क है जो वो आप समझते हैं। देखो आई एम डूइंग हो गया, एक तो ये प्रेजेंट कंटीन्यूअस होगी जो आप पिछला 19 नंबर दे विच कीता है, और दूसरा आई एम गोइंग टू डू। देखो जी ए डू फॉर्म है इत्थे ए डूइंग है, आई एम डूइंग आई एम गोइंग टू डू। देखो जेकर समझो बिल्कुल छोटा जिहा फर्क है। देखो हुण फर्क की है दोवां दे विच, पहला देखो वी यूज आई एम डूइंग, असी इसका यूज प्रेजेंट कंटीन्यूअस का यूज जो 19 नंबर कीता है। वी यूज आई एम डूइंग, असी इस स्ट्रक्चर का यूज करते हैं प्रेजेंट कंटीन्यूअस का। वैन इत्थे एन आएगा, वैन वी से जदों असी ये गल कहने आ, वैन वी से वट वी हैव अरेंज्ड टू डू, भी असी करन दे लई कोई काम अरेंज कर लिया, भविख दे लई कोई अपने अरेंजमेंट की है। फॉर एग्जाम्पल दे लई अरेंज्ड टू मीट समबडी, आपने किसी को मिलने वास्ते अरेंजमेंट करी है भी हाँ आप उसको होटल के मिलांगे 11 बजे मिलांगे, अरेंजमेंट है जी वो पहला तो कर ली कि हाँ आने वाले समय के आप उसको फलाने होटल के मिलांगे। या फिर अरेंज्ड टू गो समवेयर, या फिर आपने
ਕਿਤੇ ਜਾਣਾ ਕਿਸੇ ਜਗ੍ਹਾ ਤੇ ਆਪਾਂ ਉੱਥੇ ਜਾਣ ਦੇ ਵਾਸਤੇ ਅਰੇਂਜਮੈਂਟ ਕਰ ਲਈ, ਆਪਾਂ ਨੇ ਬੱਸ ਦੀ ਟਿਕਟ ਬੁੱਕ ਕਰਵਾ ਲਈ ਜਾਂ ਆਪਾਂ ਨੇ ਟੈਕਸੀ ਕਰ ਲਈ ਜਾਂ ਆਪਾਂ ਨੇ ਆਪਣੀ ਗੱਡੀ ਹੈ ਜਿਹੜੀ ਉਸ ਦਾ ਅਰੇਂਜਮੈਂਟ ਹੈ ਜਿਹੜਾ ਉਹ ਹੋ ਗਿਆ ਭਵਿੱਖ ਦੇ ਲਈ, ਤਾਂ ਉੱਥੇ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦਾ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇ ਲਈ ਦੇਖੋ ਐਗਜ਼ਾਮਪਲ ਕਹਿੰਦਾ ਆਈ ਐਮ ਲੀਵਿੰਗ ਟੁਮਾਰੋ, ਕਹਿੰਦਾ ਮੈਂ ਕੱਲ ਨੂੰ ਨਿਕਲ ਰਿਹਾ, ਕੱਲ ਨੂੰ ਮੈਂ ਜਾ ਰਿਹਾ। ਆਈ ਹੈਵ ਗॉट ਮਾਈ ਪਲੇਨ ਟਿਕਟ, ਮੈਂ ਆਪਣੇ ਜਹਾਜ਼ ਦੀਆਂ ਟਿਕਟਾਂ ਲੈ ਲਈਆਂ। ਦੇਖੋ ਇੱਥੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਆਈ ਐਮ ਲੀਵਿੰਗ ਟੁਮਾਰੋ, ਇਸ ਦੀ ਜਗ੍ਹਾ ਤੇ ਆਪਾਂ ਇੱਥੇ ਬੀ ਗੋਇੰਗ ਟੂ ਦੇ ਨਾਲ ਵੀ ਕਹਿ ਸਕਦੇ ਹਾਂ। ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਆਈ ਐਮ ਗੋਇੰਗ ਟੂ ਲੀਵ, ਆਈ ਐਮ ਗੋਇੰਗ ਟੂ ਲੀਵ ਟੁਮਾਰੋ, ਦੋਨੋਂ ਹੀ ਪੋਸੀਬਲ ਨੇ। ਬਟ ਇੱਥੇ ਆਪਾਂ ਆਈ ਐਮ ਲੀਵਿੰਗ ਪ੍ਰੈਜ਼ੈਂਟ ਕੰਟੀਨਿਊਸ ਦਾ ਯੂਜ਼ ਕੀਤਾ ਟੁਮਾਰੋ, ਆਈ ਐਮ ਲੀਵਿੰਗ ਟੁਮਾਰੋ। ਅੱਗੇ ਕੀ ਕਹਿ ਰਿਹਾ ਆਈ ਹੈਵ ਗॉट ਮਾਈ ਪਲੇਨ ਟਿਕਟਸ, ਕਿਉਂਕਿ ਮੈਂ ਆਪਣੇ ਪਲੇਨ ਦੀਆਂ ਜਿਹੜੇ ਟਿਕਟਸ ਨੇ ਉਹਨਾਂ ਦੀ ਅਰੇਂਜਮੈਂਟ ਕਰ ਲਈ। ਮਤਲਬ ਕਿ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦਾ ਯੂਜ਼ ਫਿਊਚਰ ਦੇ ਲਈ ਉਦੋਂ ਕਰਦੇ ਹਾਂ ਜਦੋਂ ਆਪਾਂ ਨੇ ਅਰੇਂਜਮੈਂਟ ਹੈ ਜਿਹੜੀ ਉਹ ਵੀ ਆਪਾਂ ਨੇ ਕਰ ਲਈ ਹੋਵੇ, ਐਗਜ਼ਾਮਪਲ ਹੋ ਗਈ ਬਟ ਆਈ ਐਮ ਗੋਇੰਗ ਟੂ ਡੂ ਸਮਥਿੰਗ, ਮਤਲਬ ਕਿ ਆਈ ਐਮ ਗੋਇੰਗ ਟੂ, ਬੀ ਗੋਇੰਗ ਟੂ ਦਾ ਯੂਜ਼ ਆਪਾਂ ਉਦੋਂ ਕਰਦੇ ਹਾਂ ਜਦੋਂ ਆਈ ਹੈਵ ਡਿਸਾਈਡਡ ਟੂ ਡੂ ਇਟ, ਜਦੋਂ ਆਪਾਂ ਕੁਝ ਕੰਮ ਕਰਨ ਦੇ ਲਈ ਡਿਸਾਈਡ ਕਰ ਲਿਆ ਹੋਵੇ ਕਿ ਹਾਂ ਮੈਂ ਆਹ ਕੰਮ ਕਰੂੰਗਾ। ਡਿਸਾਈਡ ਤਾਂ ਆਪਾਂ ਨੇ ਕਰ ਲਿਆ ਬਟ ਪਰਹੇਪਸ ਨਾਟ ਅਰੇਂਜਡ ਟੂ ਡੂ ਇਟ, ਪਰ ਸ਼ਾਇਦ ਉਹ ਕੰਮ ਕਰਨ ਦੇ ਲਈ ਆਪਾਂ ਨੇ ਅਰੇਂਜਮੈਂਟ ਨਹੀਂ ਕੀਤੀ। ਜਿਵੇਂ ਇੱਥੇ ਡਿਸਾਈਡ ਤਾਂ ਕਰ ਲਿਆ ਕਿ ਹਾਂ ਮੈਂ ਕੱਲ ਨੂੰ ਜਾ ਰਿਹਾ, ਮੈਂ ਕੱਲ ਨੂੰ ਨਿਕਲ ਰਿਹਾ, ਔਰ ਇਸ ਨੇ ਅਰੇਂਜਮੈਂਟ ਵੀ ਕਰ ਲਈ ਕਿ ਹਾਂ ਪਲੇਨ ਦੀਆਂ ਟਿਕਟਾਂ ਲੈ ਲਈਆਂ, ਅਰੇਂਜਮੈਂਟ ਵੀ ਹੋ ਗਈ, ਤਾਂ ਪ੍ਰੈਜ਼ੈਂਟ ਕੰਟੀਨਿਊਸ ਦਾ ਯੂਜ਼ ਕਰ ਲਿਆ। ਬਟ ਬੀ ਗੋਇੰਗ ਟੂ ਦਾ ਯੂਜ਼ ਆਪਾਂ ਉਦੋਂ ਕਰਦੇ ਹਾਂ ਜਦੋਂ ਆਪਾਂ ਡਿਸਾਈਡ ਤਾਂ ਕਰ ਲੈਂਦੇ ਹਾਂ ਕਿ ਹਾਂ ਮੈਂ ਕੱਲ ਨੂੰ ਜਾ ਰਿਹਾ, ਨਿਕਲ ਰਿਹਾ, ਬਟ ਅਰੇਂਜਮੈਂਟ ਨਹੀਂ ਕੀਤੀ ਵੀ ਜਹਾਜ਼ ਦੀਆਂ ਟਿਕਟਾਂ ਨੇ ਜਿਹੜੀਆਂ ਉਹ ਨਹੀਂ ਲਈਆਂ, ਤਾਂ ਉੱਥੇ ਆਪਾਂ ਬੀ ਗੋਇੰਗ ਟੂ ਦਾ ਯੂਜ਼ ਆ ਜਿਹੜਾ ਉਹ ਕਰ ਸਕਦੇ ਹਾਂ। ਜਿਵੇਂ ਦੇਖੋ ਐਗਜ਼ਾਮਪਲ ਪਹਿਲਾਂ ਕਹਿ ਰਿਹਾ ਯੂਅਰ ਸ਼ੂਜ਼ ਆਰ ਡਰਟੀ, ਕਿਸੇ ਨੂੰ ਕਹਿ ਰਹੇ ਹਾਂ ਆਪਾਂ ਯੂਅਰ ਸ਼ੂਜ਼ ਆਰ ਡਰਟੀ, ਤੁਹਾਡੇ ਜਿਹੜੇ ਸ਼ੂਜ਼ ਨੇ ਉਹ ਗੰਦੇ ਨੇ, ਤਾਂ ਅੱਗੋਂ ਕਹਿ ਰਿਹਾ ਕਹਿੰਦਾ ਯੈਸ ਆਈ ਨੋ, ਕਹਿੰਦਾ ਹਾਂ ਮੈਨੂੰ ਪਤਾ ਹੈ। ਆਈ ਐਮ ਗੋਇੰਗ ਟੂ ਕਲੀਨ ਦੈਮ, ਦੇਖੋ ਆਈ ਐਮ ਗੋਇੰਗ ਟੂ ਕਲੀਨ ਦੈਮ, ਹੁਣ ਇਹ ਵਾਲਾ ਆਪਾਂ ਯੂਜ਼ ਕਰ ਰਹੇ ਹਾਂ, ਸੈਕੰਡ ਵਾਲਾ ਇਹ ਵਾਲਾ, ਇਹਨਾਂ ਦੇ ਵਿੱਚੋਂ ਇਹ ਵਾਲਾ, ਪਹਿਲਾਂ ਆਹ ਤਾਂ ਕਰ ਲਿਆ ਆਪਾਂ ਨੇ ਜਦੋਂ ਅਰੇਂਜਮੈਂਟ ਵੀ ਨਾਲ ਹੋਵੇ, ਠੀਕ ਹੈ ਫਿਊਚਰ ਦੇ ਲਈ। ਹੁਣ ਇਹ ਵਾਲਾ, ਹੁਣ ਇੱਥੇ ਕਹਿ ਰਿਹਾ ਕਹਿੰਦਾ ਮੈਨੂੰ ਪਤਾ ਮੇਰੇ ਸ਼ੂਜ਼ ਗੰਦੇ ਨੇ, ਆਈ ਐਮ ਗੋਇੰਗ ਟੂ ਕਲੀਨ ਦੈਮ, ਔਰ ਮੈਂ ਇਹਨਾਂ ਨੂੰ ਸਾਫ਼ ਕਰਨ ਜਾ ਰਿਹਾ। ਆਈ ਹੈਵ ਡਿਸਾਈਡਡ, ਦੇਖੋ ਮੈਂ ਡਿਸਾਈਡ ਕਰ ਲਿਆ ਟੂ ਕਲੀਨ ਦੈਮ ਕਿ ਹਾਂ ਮੈਂ ਮੇਰੇ ਬੂਟਾਂ ਨੂੰ ਮੈਂ ਸਾਫ਼ ਕਰੂੰਗਾ। ਬਟ ਆਈ ਹੈਵ ਨਾਟ ਅਰੇਂਜਡ ਟੂ ਕਲੀਨ ਦੈਮ, ਪਰ ਮੈਂ ਇਹਨਾਂ ਨੂੰ ਸਾਫ਼ ਕਰਨ ਦੇ ਲਈ ਅਰੇਂਜਮੈਂਟ ਨਹੀਂ ਕੀਤੀ। ਅਰੇਂਜਮੈਂਟ ਕਿ ਮੈਂ ਸਾਫ਼ ਕਿਸ ਤਰ੍ਹਾਂ ਕਰਾਂਗਾ, ਕੱਪੜੇ ਨਾਲ ਕਰਾਂਗਾ, ਪਾਣੀ ਨਾਲ ਕਰਾਂਗਾ, ਕਿਸ ਜਗ੍ਹਾ ਤੇ ਕਰਾਂਗਾ, ਉਹ ਅਰੇਂਜਮੈਂਟ ਇੱਥੇ ਨਹੀਂ ਕੀਤੀ। ਜੇਕਰ ਇੱਥੇ ਅਰੇਂਜਮੈਂਟ ਵੀ ਹੁੰਦੀ, ਅੱਗੇ ਕੁਝ ਇਹ ਵੀ ਦਿੱਤਾ ਹੁੰਦਾ ਕਿ ਮੈਂ ਆਪਣੇ ਸ਼ੂਜ਼ ਨੇ ਜਿਹੜੇ ਉਹ ਕੱਪੜੇ ਨਾਲ ਜਾਂ ਪਾਣੀ ਨਾਲ ਸਾਫ਼ ਕਰਨ ਜਾ ਰਿਹਾ ਹਾਂ, ਜਾਂ ਮੈਂ ਆਪਣੇ ਸ਼ੂਜ਼ ਨੇ ਜਿਹੜੇ ਆਪਣੀ ਮੇਡ ਤੋਂ ਜਾਂ ਆਪਣੇ ਸਰਵੈਂਟ ਤੋਂ ਸਾਫ਼ ਕਰਵਾਉਣ ਜਾ ਰਿਹਾ ਹਾਂ, ਫਿਰ ਆਪਾਂ ਇੱਥੇ ਆਈ ਐਮ ਗੋਇੰਗ ਟੂ ਕਲੀਨ ਦੀ ਜਗ੍ਹਾ ਤੇ ਆਈ ਐਮ ਕਲੀਨਿੰਗ ਦੈਮ, ਇੱਥੇ ਇਸ ਤਰ੍ਹਾਂ ਆਪਾਂ ਯੂਜ਼ ਕਰ ਸਕਦੇ ਸੀ। ਸਿਰਫ ਇੰਨਾ ਕੁ ਡਿਫਰੈਂਸ ਹੈ ਦੋਵਾਂ ਦੇ ਵਿੱਚ, ਬਾਕੀ ਦੋਵਾਂ ਦੀ ਸੈਂਸ ਬਿਲਕੁਲ ਸੇਮ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ। ਦੁਬਾਰਾ ਇੱਕ ਵਾਰ ਰਿਪੀਟ ਕਰ ਦਿੰਦਾ, ਪ੍ਰੈਜ਼ੈਂਟ ਕੰਟੀਨਿਊਸ ਫਿਊਚਰ ਦੇ ਲਈ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਆਪਾਂ ਕੋਈ ਕੰਮ ਕਰਨ ਦਾ ਨਿਰਣਾ ਲੈ ਲਿਆ ਹੋਵੇ ਤੇ ਉਸ ਕੰਮ ਦੀ ਅਰੇਂਜਮੈਂਟ ਵੀ ਕਰ ਲਈ ਹੋਵੇ ਕਿ ਹਾਂ ਮੈਂ ਜਾ ਰਿਹਾ, ਕੱਲ ਨੂੰ ਮੈਂ ਜਾ ਰਿਹਾ, ਦਿੱਲੀ ਜਾ ਰਿਹਾ, ਔਰ ਮੈਂ ਜਹਾਜ਼ ਦੀਆਂ ਟਿਕਟਾਂ ਵੀ ਲੈ ਲਈਆਂ, ਅਰੇਂਜਮੈਂਟ ਵੀ ਕਰ ਲਈ, ਤਾਂ ਆਪਾਂ ਪ੍ਰੈਜ਼ੈਂਟ ਕੰਟੀਨਿਊਸ। ਬਟ ਜੇਕਰ ਸਿਰਫ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਹਾਂ ਕੱਲ ਨੂੰ ਮੈਂ ਦਿੱਲੀ ਜਾ ਰਿਹਾ, ਸਿਰਫ ਡਿਸਾਈਡ ਕਰ ਲਿਆ ਆਪਾਂ ਨੇ ਵੀ ਹਾਂ ਕੱਲ ਨੂੰ ਮੈਂ ਨਿਕਲਾਂਗਾ, ਬਟ ਹਾਲੇ ਅਰੇਂਜਮੈਂਟ ਨਹੀਂ ਕੀਤੀ ਕਿ ਜਹਾਜ਼ ਤੇ ਜਾਵਾਂਗਾ, ਟੈਕਸੀ ਤੇ ਜਾਵਾਂਗਾ, ਅਰੇਂਜਮੈਂਟ ਕੋਈ ਨਹੀਂ ਹੈਗੀ, ਫਿਰ ਆਪਾਂ ਗੋਇੰਗ ਟੂ ਬੀ ਗੋਇੰਗ ਟੂ ਵਾਲਾ ਇਹ ਵਾਲਾ ਆਈ ਐਮ ਗੋਇੰਗ ਟੂ ਇਹ ਫਾਰਮੂਲਾ ਜਿਹੜਾ ਹੈ ਇਹ ਫਾਰਮੂਲਾ ਆਪਾਂ ਯੂਜ਼ ਆ ਜਿਹੜਾ ਉਹ ਕਰ ਸਕਦੇ ਹਾਂ। ਆਈ ਹੋਪ ਕਿ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਅੱਗੇ ਦੇਖੋ ਮੈਂ ਲਿਖਿਆ ਵੀ ਹੋਇਆ ਨੋਟ, often the difference is very small, ਅਕਸਰ ਇਹਨਾਂ ਦੇ ਵਿੱਚ ਡਿਫਰੈਂਸ ਬਹੁਤ ਛੋਟਾ ਹੁੰਦਾ ਹੈ ਦੋਵਾਂ ਦੇ ਵਿੱਚ, ਕੰਟੀਨਿਊਸ ਪ੍ਰੈਜ਼ੈਂਟ ਕੰਟੀਨਿਊਸ ਔਰ ਬੀ ਗੋਇੰਗ ਟੂ ਦੇ ਵਿੱਚ। ਐਂਡ ਐਦਰ ਫਾਰਮ ਇਜ਼ ਪੋਸੀਬਲ, ਅਤੇ ਦੋਨੋਂ ਹੀ ਫਾਰਮ ਨੇ ਜਿਹੜੀਆਂ, ਦੋਨੋਂ ਤਰ੍ਹਾਂ ਦੀਆਂ ਫਾਰਮ ਨੇ ਜਿਹੜੀਆਂ ਪੋਸੀਬਲ ਨੇ, ਆਪਾਂ ਦੋਨੋਂ ਤਰ੍ਹਾਂ ਦੇ ਨਾਲ ਬਣਾ ਸਕਦੇ ਹਾਂ। ਸੋ ਇਹ ਤਾਂ ਹੋ ਗਿਆ ਇਹਨਾਂ ਦੇ ਵਿੱਚ, ਇਹ ਫਰਕ ਹੋ ਗਿਆ ਛੋਟਾ ਜਿਹਾ। ਹੁਣ ਅੱਗੇ ਅਗਲਾ ਪੁਆਇੰਟ ਥਰਡ ਪੁਆਇੰਟ, ਅੱਗੇ ਆਪਾਂ ਇਸ ਬੀ ਗੋਇੰਗ ਟੂ ਦਾ ਯੂਜ਼ ਕਦੋਂ ਕਰਦੇ ਹਾਂ? ਇਹ ਤਾਂ ਪ੍ਰੈਜ਼ੈਂਟ ਕੰਟੀਨਿਊਸ ਦੇ ਨਾਲ ਇਸ ਦਾ ਆਪਾਂ ਨੇ ਕੰਪੇਅਰ ਕੀਤਾ ਬੀ ਗੋਇੰਗ ਟੂ ਦਾ। ਅੱਗੇ ਬੀ ਗੋਇੰਗ ਟੂ ਦਾ ਯੂਜ਼ ਆਪਾਂ ਹੋਰ ਕਿਸ ਜਗ੍ਹਾ ਤੇ ਕਰਦੇ ਹਾਂ? ਦੇਖੋ ਯੂ ਕੈਨ ਆਲਸੋ ਸੇ, ਤੁਸੀਂ ਇਹ ਵੀ ਕਹਿ ਸਕਦੇ ਹੋ ਯੂ ਕੈਨ ਆਲਸੋ ਸੇ ਦੈਟ ਸਮਥਿੰਗ ਇਜ਼ ਗੋਇੰਗ ਟੂ ਹੈਪਨ ਇਨ ਦਾ ਫਿਊਚਰ। ਜਦੋਂ ਆਪਾਂ ਨੇ ਇਹ ਗੱਲ ਕਹਿਣੀ ਹੋਵੇ ਕਿ ਫਿਊਚਰ ਦੇ ਵਿੱਚ
कोई घटना होने जा रही है तो उदों भी आपां बी गोइंग टू दा यूज है जिहड़ा वो कर सकते हैं। सॉरी, उदों भी आप बी गोइंग टू दा यूज है जिहड़ा वो कर सकते हैं। किस तरह एग्जाम्पल देखो अपने लवे, कहना लुक एट दोज ब्लैक क्लाउड्स, कहना देखो वो काले काले बदलों की तरफ देखो, इट्स गोइंग टू रेन, कहना बरखा होने जा रही है, द क्लाउड्स आर देयर नाउ, क्योंकि ਬੱਦਲ ने ਜਿਹੜੇ ਉੱਪਰ ਆਪਣੇ ਹੈਗੇ ਨੇ। मतलब कि फ्यूचर की आप गल कर रहे हाँ, ਆਪਾਂ ने काले काले ਬੱਦਲਾਂ ਨੂੰ ਦੇਖਿਆ, ਆਪਾਂ ਬੱਦਲਵਾਈ देखी तो उस ਬੱਦਲਵਾਈ ਤੋਂ ਆਪਾਂ जजमेंट लगा के ਆਪਾਂ फ्यूचर बारे ये गल कह रहे हाँ कि अगले फ्यूचर ਦੇ ਵਿੱਚ ਇਹ घटना होने जा रही है, इट इज़ गोइंग टू रेन। एक वेरी सिंपल जी तुहानूं उदाहरण दिना मैं, मान लो दो जणिਆਂ ਦੇ ਵਿਚਕਾਰ लड़ाई हो गई, हुण उन्हां दे विच्चों एक बंदा जिहड़ा वो पूरे गुस्से दे विच आपां नूं पता चल जांदा, देखो बंदा किसी की तरफ किस तरह जा रहा है। मान लो एक इंसान दूसरे की तरफ पूरा हथ एम करके जा रहा है तो आपां नूं ओबवियस है उस दे थप्पड़ मारन तो पहलां आपां नूं पता चल जाएगा कि हुण इह इस तरह हथ करके जा रहा है, उस दे थप्पड़ लगाएगा। तो आपां कह सकते हैं लुक, देखो ही इज़ गोइंग टू स्लैप हिम, ही इज़ गोइंग टू स्लैप हिम, कि देखो वो उसके थप्पड़ मारन जा रहा है। मतलब कि आप फ्यूचर दे विच की गल होने जा रही है, की हैपनिंग होने जा रही है, देखो तो उत्थे आपां बी गोइंग टू दा यूज है जिहड़ा वो करदे आ। आई होप कि ये भी तुहानूं समझ आ गई होवेगी। अगला पॉइंट, हुण पास्ट, ये तो हो गई थी प्रैजेंट दी, ये तो हो गई गल भी हुण प्रैजेंट तो अगे फ्यूचर की गल करते सी, बट हुण आपां बी गोइंग टू दा यूज है जिहड़ा हुण पास्ट दे विच अगे फ्यूचर दे लई आपां जिहड़ी गल करदे आ वो किस तरह, आई वॉज या वर, आई दे नाल बी दी फॉर्म आपां बी गोइंग टू, बी दी फॉर्म वॉज या वर दा यूज करदे आ इस सब्जैक्ट के अगे। आई वॉज या वर गोइंग टू डू समथिंग, तो इस दा यूज आपां वॉज वर लगा के किस तरह करदे आ, कहना आई इंटेंडेड टू डू इट, कहना मैं कोई काम करन दा इरादा कीता है ना, बट डिडंट डू इट, पर करया नहीं। जदों आपां ये गल कहनी होवे भी मैं कोई काम करन दा इरादा किया बट वो काम मैं नहीं किया, तो उत्थे भी आप बी गोइंग टू दा यूज कर सकते हैं पास्ट वाली फॉर्म लगा के, वॉज वर लगा के। देखो एग्जाम्पल, कहना वी वर गोइंग टू ट्रैवल बाय ट्रेन, कहना असी बाय ट्रेन ट्रैवल ते जाण वाले सीगे, बाय ट्रेन असी ट्रैवल करने वाले सीगे ट्रेन के उपर, बट दैन वी डिसाइडेड, पर बाद दे विच असीं ने डिसाइड किया टू गो बाय कार, कि नहीं कार दे द्वारा चलदे आ। तो इस तरह भी आपां वॉज वर लगा के बी गोइंग टू है जिहड़ा उसका यूज करते हैं। अगला, वी कैन ऑलसो से दैट, असी ये भी कह सकते हैं समथिंग वॉज गोइंग टू हैपन, कि कुछ घटना जिहड़ी होने वाली सी बट डिडंट हैपन, पर नहीं हुई। जिस तरह देखो, आई थॉट इट वॉज गोइंग टू रेन, कहना मैनू लगता सी कि बरखा होने जा रही है, बट इट डिडंट, पर यह नहीं हुई। जिस तरह वही एग्जाम्पल आप कह सकते हैं ही वॉज गोइंग टू स्लैप हिम, वो उसके थप्पड़ मारन जा रहा सी बट ही डिडंट, पर उसने नहीं मारिया। बट प्रैजेंट दे विच आपां कह सकते हैं फ्यूचर की गल लगे, जो इस वक्त आप प्रैजेंट दे विच देख रहे हाँ तो आप कहांगे ही इज़ गोइंग टू स्लैप हिम, लुक ही इज़ गोइंग टू स्लैप हिम। बट जो आपने बाद देखा कि थप्पड़ तो उसने उसने नहीं मारिया, तो बाद दे विच आपां यही सेंटेंस ये बोल सकते हैं ही वॉज गोइंग टू स्लैप हिम, उसके थप्पड़ मारन जा रहा सी बट ही डिडंट, पर उसने नहीं मारिया। तो इस तरह आप बी गोइंग टू दा यूज करांगे। सो ये सिर्फ तुहानूं रूल्स समझाउण दे लई सी, बट अगे जो हुण आपां एक्सरसाइज करांगे उस दे विच बिल्कुल सिंपल है, तुसीं ने बी गोइंग टू दा ही यूज करना है। आराम नाल आपां एग्जाम दे विच जेकर आपां नूं आउंदा है आपां बी गोइंग टू दा यूज है जिहड़ा वो कर सकते हैं। सो इस दे रूल्स सीगे कुछ डिफरेंस इन्हां दे विच, इह तुसीं अपनी नोटबुक दे उपर लिख लेने ने और इन्हां नूं चंगी तरह याद रखना, फ्यूचर दे विच तुहाडे काम आएगा। एंड अगे देखो हुण अपनी इस यूनिट दा आपां जिहड़ियां एक्सरसाइज़ ने वो करन जा रहे हां। सब तो पहला 20.1 एक्सरसाइज करांगे। इस दे विच आपां ने की करना है, राइट अ क्वेश्चंस विद गोइंग टू दा यूज करके आपां ने क्वेश्चनिंग करनी है, इंटैरोगेटिव सेंटेंस बनाने ने फॉर ईच सिचुएशन, हर एक सिचुएशन दे लई। इन्हां ने देखो आपां नूं जिस तरह सेंटेंस ने 4 उपर आपां नूं इन्हां ने एक सिचुएशन दित्ती है, हर एक सेंटेंस दे विच उपर एक सिचुएशन दित्ती है और उस तो नीचे जिथे आपां ने गोइंग टू दे नाल इंटैरोगेटिव सेंटेंस बनाउणा है, इन्हां ने आपां नूं हर एक दे विच एक तां देखो ये डबल जज फैमिली, क्योंकि आपां ने इंटैरोगेटिव बनाउणा है, डबल जज फैमिली इन्हां ने अगे दित्ता है। जदों आपां इंटैरोगेटिव बनाउणा है डबल जज फैमिली बिल्कुल अगे ही आउंदा है। उस तो बाद इन्हां ने आपां नूं वर्ब दित्ती है, हर एक दे विच वर्ब दे नाल इहदे जिस तरह कि डू विद इट भी आ गया, मेन ये वर्ब इन्हां डू आ गई,
ਇਹ 'ਚ ਵੇਅਰ ਆ ਗਈ, ਇਹ 'ਚ ਪੁੱਟ ਆ ਗਈ ਔਰ ਇਸ ਦੇ ਵਿੱਚ ਇਨਵਾਈਟ ਆ ਗਈ। ਹੁਣ ਆਪਾਂ ਨੇ ਸੈਂਟੈਂਸ ਬਣਾਉਣਾ ਕਿਸ ਤਰ੍ਹਾਂ ਹੈ, ਹਰ ਇੱਕ ਸਿਚੁਏਸ਼ਨ ਦੇ ਲਈ ਆਪਣੇ ਇੰਟੈਰੋਗੇਟਿਵ ਬਣਾਉਣਾ ਹੈ ਗੋਇੰਗ ਟੂ ਦੇ ਨਾਲ। ਤਾਂ ਆਪਾਂ ਇਹ ਸਟਰਕਚਰ ਬਣਾਵਾਂਗੇ। ਸਭ ਤੋਂ ਪਹਿਲਾਂ WH ਫੈਮਿਲੀ ਜੋ ਇਹਨਾਂ ਨੇ ਦਿੱਤਾ ਹੈ, WH ਫੈਮਿਲੀ ਇਸੇ ਤਰ੍ਹਾਂ ਆਏਗਾ। ਉਸ ਤੋਂ ਬਾਅਦ ਆਪਾਂ ਲਾਵਾਂਗੇ ਹੈਲਪਿੰਗ ਵਰਬ, ਮਤਲਬ ਕਿ ਬੀ ਦੀ ਫਾਰਮ ਲਗਾਵਾਂਗੇ ਆਪਾਂ। ਬੀ ਦੀ ਫਾਰਮ ਜੇਕਰ ਪ੍ਰੈਜ਼ੈਂਟ ਦੇ ਵਿੱਚ ਹੈ ਇਹ, ਫਿਰ ਆਪਾਂ ਇਜ਼ MR ਦਾ ਯੂਜ਼ ਕਰਾਂਗੇ। ਜੇਕਰ ਪਾਸਟ ਦੇ ਵਿੱਚ ਹੈ ਫਿਰ ਆਪਾਂ ਵਾਸ ਵਰਬ ਦਾ ਯੂਜ਼ ਕਰਾਂਗੇ। ਵੈਸੇ ਸਾਰੇ ਇਹ ਪ੍ਰੈਜ਼ੈਂਟ ਦੇ ਵਿੱਚ ਹੀ ਨੇ। ਤਾਂ ਆਪਾਂ ਬੀ ਦੀ ਫਾਰਮ ਲਗਾਵਾਂਗੇ ਹੈਲਪਿੰਗ ਵਰਬ ਇਜ਼ MR ਔਰ ਸਬਜੈਕਟ ਦੇ ਅਕੋਰਡਿੰਗ। ਔਰ ਸਬਜੈਕਟ ਕਿਹੜਾ ਹੋਏਗਾ, ਜਿਸ ਤਰ੍ਹਾਂ ਇਹਨਾਂ ਨੇ ਹਰ ਇੱਕ ਸੈਂਟੈਂਸ ਦੇ ਵਿੱਚ ਆਪਾਂ ਨੂੰ ਸਿਚੁਏਸ਼ਨ ਦਿੱਤੀ ਹੈ ਯੋਰ ਫਰੈਂਡ, ਯੋਰ ਫਰੈਂਡ, ਯੋਰ ਫਰੈਂਡ, ਯੋਰ ਫਰੈਂਡ। ਤਾਂ ਜਦੋਂ ਆਪਾਂ ਹੁਣ ਉਸ ਨੂੰ ਕੁਐਸਚਨਿੰਗ ਕਰਾਂਗੇ ਆਪਣੇ ਦੋਸਤ ਨੂੰ ਆਪਾਂ ਕੁਐਸਚਨਿੰਗ ਕਰਾਂਗੇ ਤਾਂ ਆਪਾਂ ਯੂ ਕਹਿ ਕੇ ਕੁਐਸਚਨਿੰਗ ਕਰਾਂਗੇ। ਜੇਕਰ ਇਸ ਤੋਂ ਇਲਾਵਾ ਕੁਝ ਹੋਇਆ ਤਾਂ ਉਹ ਆਪਣਾ ਸਬਜੈਕਟ ਹੋਏਗਾ। ਤਾਂ ਉਹ ਸਬਜੈਕਟ ਆਏਗਾ ਔਰ ਸਬਜੈਕਟ ਦੇ ਨਾਲ ਇਜ਼ MR ਕਿਉਂਕਿ ਇੰਟੈਰੋਗੇਟਿਵ ਹੈ ਤਾਂ ਅੱਗੇ ਲਗਾਵਾਂਗੇ ਆਪਾਂ। ਤਾਂ ਪਹਿਲਾਂ WH ਫੈਮਿਲੀ ਜੋ ਇਹਨਾਂ ਨੇ ਦਿੱਤਾ ਹੈ, ਫਿਰ ਹੈਲਪਿੰਗ ਵਰਬ ਸਬਜੈਕਟ ਦੇ ਅਕੋਰਡਿੰਗ, ਫਿਰ ਗੋਇੰਗ ਟੂ, ਉਸ ਤੋਂ ਬਾਅਦ ਪਲੱਸ ਵਰਬ ਦੀ ਫਸਟ ਫਾਰਮ ਜੋ ਇਹਨਾਂ ਨੇ ਦਿੱਤੀ ਹੈ। ਇਸ ਤੋਂ ਅੱਗੇ ਜੇਕਰ ਇਸ ਦੇ ਨਾਲ ਕੁਝ ਲੱਗਿਆ ਹੋਇਆ ਤਾਂ ਉਹ ਅੱਗੇ ਆਪਾਂ ਉਸ ਨੂੰ ਲਿਖ ਦਾਂਗੇ। ਦੇਖੋ ਬਣਾਵਾਂਗੇ ਜਦੋਂ ਉਦੋਂ ਪਤਾ ਚੱਲੇਗਾ। ਫਸਟ ਦੇ ਵਿੱਚ ਦੇਖੋ ਕੀ ਕਹਿ ਰਿਹਾ, ਯੋਰ ਫਰੈਂਡ ਹੈਜ਼ ਵੌਨ ਸਮ ਮਨੀ। ਕਹਿੰਦਾ ਤੁਹਾਡਾ ਦੋਸਤ ਹੈ ਜਿਹੜਾ ਉਹ ਕੁਝ ਪੈਸੇ ਨੇ ਜਿਹੜੇ ਉਹ ਜਿੱਤ ਗਿਆ। ਯੂ ਆਸਕ, ਹੁਣ ਤੁਸੀਂ ਉਸ ਤੋਂ ਪੁੱਛੋ। ਹੁਣ ਆਪਣਾ ਦੋਸਤ ਕੁਝ ਪੈਸੇ ਜਿੱਤਿਆ ਤਾਂ ਹੁਣ ਆਪਾਂ ਆਪਣੇ ਦੋਸਤ ਤੋਂ ਪੁੱਛਾਂਗੇ। ਹੁਣ ਕੀ ਪੁੱਛਾਂਗੇ, ਇਹਨਾਂ ਨੇ ਆਪਾਂ ਨੂੰ ਹਿੰਟ ਦੇਤਾ ਵਟ ਡੂ ਵਿਦ ਇਟ। ਵਟ ਡੂ ਵਿਦ ਇਟ ਮਤਲਬ ਕਿ ਵਟ ਡੂ ਵਿਦ ਇਟ ਕਿ ਤੂੰ ਹੁਣ ਇਸ ਪੈਸਿਆਂ ਦਾ ਕੀ ਕਰੇਗਾ, ਮਤਲਬ ਕਿ ਇਹਨਾਂ ਪੈਸਿਆਂ ਨਾਲ ਹੁਣ ਤੂੰ ਕੀ ਕਰੇਗਾ। ਅੱਧਾ ਦਿੱਤਾ ਹੈ ਵਟ ਡੂ ਵਿਦ ਇਟ, ਬਟ ਇਸ ਦੇ ਨਾਲ ਆਪਾਂ ਨੂੰ ਜੱਜਮੈਂਟ ਹੋ ਗਈ ਕਿ ਆਪਾਂ ਇਹ ਪੁੱਛਣਾ ਚਾਹ ਰਹੇ ਹਾਂ ਕਿ ਇਹਨਾਂ ਪੈਸਿਆਂ ਦੇ ਨਾਲ ਹੁਣ ਤੂੰ ਕੀ ਕਰੇਗਾ। ਤਾਂ ਆਪਾਂ ਉਸ ਨੂੰ ਕੰਪਲੀਟ ਬਣਾਵਾਂਗੇ। ਪਹਿਲਾਂ WH ਫੈਮਿਲੀ ਵਟ, ਤਾਂ ਵਟ ਆ ਗਿਆ। ਉਸ ਤੋਂ ਬਾਅਦ ਆਪਾਂ ਆਪਣੇ ਦੋਸਤ ਨੂੰ ਪੁੱਛਾਂਗੇ ਕਿ ਤੂੰ ਇਹਨਾਂ ਪੈਸਿਆਂ ਦਾ ਕੀ ਕਰੇਗਾ, ਤੂੰ ਜਾਂ ਤੁਸੀਂ, ਤਾਂ ਯੂ ਹੁੰਦਾ। ਯੂ ਦੇ ਨਾਲ ਆਪਾਂ ਹੈਲਪਿੰਗ ਵਰਬ ਹੈ ਜਿਹੜਾ ਇਜ਼ MR ਚੋਂ ਉਹ ਪਹਿਲਾਂ ਯੂਜ਼ ਕਰਾਂਗੇ ਕਿਉਂਕਿ ਪ੍ਰੈਜ਼ੈਂਟ ਦੀ ਹੀ ਗੱਲ ਹੈ, ਹੈਜ਼ ਵੌਨ ਪ੍ਰੈਜ਼ੈਂਟ ਪਰਫੈਕਟ ਹੈ। ਤਾਂ ਯੂ ਦੇ ਨਾਲ ਆਰ ਲੱਗੇਗਾ ਤਾਂ ਇੱਥੇ ਹੈਗਾ ਵਟ ਆਰ ਯੂ। ਉਸ ਤੋਂ ਬਾਅਦ ਗੋਇੰਗ ਟੂ ਦਾ ਯੂਜ਼ ਕਰਾਂਗੇ, ਵਟ ਆਰ ਯੂ ਗੋਇੰਗ ਟੂ, ਵਰਬ ਦੀ ਫਸਟ ਫਾਰਮ ਡੂ, ਫਿਰ ਅੱਗੇ ਨਾਲ ਹੈ ਵਿਦ ਇਟ। ਇਹ ਦੇਖੋ ਇਸ ਤਰ੍ਹਾਂ ਬਣਨਗੇ ਸਾਰੇ। ਅਗਲਾ ਦੇਖੋ ਯੋਰ ਫਰੈਂਡ ਇਜ਼ ਗੋਇੰਗ ਟੂ ਅ ਪਾਰਟੀ ਟੂਨਾਈਟ। ਤੁਹਾਡਾ ਜਿਹੜਾ ਫਰੈਂਡ ਹੈ ਮਤਲਬ ਕਿ ਉਹ ਟੂਨਾਈਟ ਪਾਰਟੀ ਹੈ ਜਿਹੜੀ ਉਹ ਕਰ ਰਿਹਾ। ਯੂ ਆਸਕ, ਤਾਂ ਤੁਸੀਂ ਹੁਣ ਉਸ ਤੋਂ ਪੁੱਛਦੇ ਹੋ ਵਟ ਵੀਅਰ, ਮਤਲਬ ਕਿ ਆਪਾਂ ਉਸ ਤੋਂ ਪੁੱਛ ਰਹੇ ਹਾਂ ਕਿ ਤੂੰ ਕੀ ਪਹਿਨਣ ਜਾ ਰਿਹਾ। ਵੀਅਰ ਹੁੰਦਾ ਪਹਿਨਣਾ, ਇਹਦਾ ਮਤਲਬ ਆਪਾਂ ਪਹਿਨਣ ਬਾਰੇ ਪੁੱਛ ਰਹੇ ਹਾਂ। ਵਟ ਆ ਗਿਆ ਅੱਗੇ ਕੀ ਔਰ ਪਹਿਨਣਾ, ਮਤਲਬ ਕਿ ਆਪਾਂ ਇਹ ਪੁੱਛਣਾ ਚਾਹ ਰਹੇ ਹਾਂ ਉਸ ਤੋਂ ਕਿ ਤੂੰ ਕੀ ਪਹਿਨਣ ਜਾ ਰਿਹਾ, ਮਤਲਬ ਕੀ ਪਾਉਣ ਜਾ ਰਿਹਾ ਤੂੰ ਪਾਰਟੀ ਦੇ ਵਿੱਚ। ਤਾਂ ਦੇਖੋ ਸਭ ਤੋਂ ਪਹਿਲਾਂ ਵਟ, ਫਿਰ ਉਸ ਤੋਂ ਬਾਅਦ ਆਪਾਂ ਆਪਣੇ ਦੋਸਤ ਤੋਂ ਪੁੱਛਾਂਗੇ ਯੂ ਹੈ ਤਾਂ ਯੂ ਦੇ ਨਾਲ ਆਰ, ਔਰ ਆਰ ਆਪਾਂ ਪਹਿਲਾਂ ਲਗਾਵਾਂਗੇ ਕਿਉਂਕਿ ਇੰਟੈਰੋਗੇਟਿਵ ਹੈ। ਵਟ ਆਰ ਯੂ ਗੋਇੰਗ ਟੂ ਵੀਅਰ, ਫਸਟ ਫਾਰਮ ਵੀਅਰ, ਕੀ ਪਹਿਨਣ ਜਾ ਰਹੇ ਹੋ। ਥਰਡ, ਯੋਰ ਫਰੈਂਡ ਹੈਜ਼ ਜਸਟ ਬਾਊਟ ਅ ਨਿਊ ਟੇਬਲ। ਤੁਹਾਡੇ ਦੋਸਤ ਨੇ ਹੁਣੇ ਇੱਕ ਨਵਾਂ ਟੇਬਲ ਹੈ ਜਿਹੜਾ ਉਹ ਖਰੀਦਿਆ। ਯੂ ਆਸਕ, ਤਾਂ ਤੁਸੀਂ ਉਸ ਤੋਂ ਪੁੱਛੋ। ਹੁਣ ਆਪਾਂ ਉਸ ਤੋਂ ਕੀ ਪੁੱਛਾਂਗੇ, ਵੇਅਰ ਪੁੱਟ ਇਟ। ਪੁੱਟ ਇਟ ਦਾ ਮਤਲਬ ਹੁੰਦਾ ਰੱਖਣਾ, ਵੇਅਰ ਦਾ ਮਤਲਬ ਕਿੱਥੇ। ਇਹਦਾ ਮਤਲਬ ਆਪਾਂ ਉਸ ਤੋਂ ਇਹ ਪੁੱਛਣਾ ਚਾਹ ਰਹੇ ਹਾਂ ਕਿ ਇਸ ਟੇਬਲ ਨੂੰ ਹੁਣ ਤੂੰ ਕਿੱਥੇ ਰੱਖਣ ਜਾ ਰਹੇ ਹੈ। ਟੇਬਲ ਤਾਂ ਖਰੀਦ ਲਿਆ, ਇਸ ਨੂੰ ਕਿੱਥੇ ਰੱਖਣ ਜਾ ਰਹੇ ਹੈ। ਤਾਂ ਵੇਅਰ ਸਭ ਤੋਂ ਪਹਿਲਾਂ, ਵੇਅਰ ਆਪਾਂ ਆਪਣੇ ਦੋਸਤ ਤੋਂ ਪੁੱਛਾਂਗੇ ਯੂ ਦੇ ਨਾਲ ਆਰ ਹੀ ਆਏਗਾ। ਵੇਅਰ ਆਰ ਯੂ, ਫਿਰ ਗੋਇੰਗ ਟੂ, ਬਿਲਕੁਲ ਦੇਖੋ ਸਿੰਪਲ ਹੈ ਹਰ ਇੱਕ ਦੇ ਵਿੱਚ। ਗੋਇੰਗ ਟੂ ਦਾ ਫਸਟ ਫਾਰਮ ਪੁੱਟ ਇਟ, ਪੁੱਟ ਇਟ, ਬਿਲਕੁਲ ਈਜ਼ੀ ਹੈ। ਲਾਸਟ, ਯੋਰ ਫਰੈਂਡ ਹੈਜ਼ ਡਿਸਾਈਡਡ ਟੂ ਹੈਵ ਅ ਪਾਰਟੀ। ਤੁਹਾਡਾ ਜਿਹੜਾ ਦੋਸਤ ਹੈ ਉਸਨੇ ਡਿਸਾਈਡ ਕੀਤਾ ਟੂ ਹੈਵ ਅ ਪਾਰਟੀ, ਕਿ ਪਾਰਟੀ ਕਰਾਂਗੇ। ਯੂ ਆਸਕ, ਤਾਂ ਹੁਣ ਤੁਸੀਂ ਉਸ ਤੋਂ ਪੁੱਛਦੇ ਹੋ। ਆਪਾਂ ਉਸ ਤੋਂ ਕੀ ਪੁੱਛਾਂਗੇ, ਹੂ ਇਨਵਾਈਟ, ਮਤਲਬ ਕਿ ਪਾਰਟੀ ਤੁਸੀਂ ਨੇ ਡਿਸਾਈਡ ਕਰ ਲਈ, ਤੁਹਾਡੇ ਦੋਸਤ ਨੇ ਪਾਰਟੀ ਜਿਹੜੀ ਉਹ ਡਿਸਾਈਡ ਕਰ ਲਈ ਕਿ ਮੈਂ ਪਾਰਟੀ ਕਰਨ ਜਾ ਰਿਹਾ। ਹੁਣ ਆਪਾਂ ਉਸ ਤੋਂ ਕੀ ਪੁੱਛ ਰਹੇ ਹਾਂ, ਹੂ ਇਨਵਾਈਟ, ਮਤਲਬ ਕਿ ਤੂੰ ਕਿਸ ਨੂੰ ਇਨਵਾਈਟ ਕੀਤਾ ਪਾਰਟੀ ਦੇ ਵਿੱਚ, ਹੈ ਨਾ, ਕਿਸ ਨੂੰ ਇਨਵਾਈਟ ਕੀਤਾ। ਤਾਂ ਸਭ ਤੋਂ ਪਹਿਲਾਂ ਹੂ ਹੀ ਆਏਗਾ, ਹੂ। ਉਸ ਤੋਂ ਬਾਅਦ ਦੋਸਤ ਤੋਂ ਪੁੱਛ ਰਿਹਾ ਯੂ ਦੇ ਨਾਲ ਆਰ, ਹੂ ਆਰ ਯੂ ਗੋਇੰਗ ਟੂ, ਫਸਟ ਫਾਰਮ ਇਨਵਾਈਟ, ਮਤਲਬ ਕਿ ਆਪਾਂ ਪੁੱਛਣਾ ਚਾਹ ਰਹੇ ਹਾਂ ਕਿ ਤੂੰ ਕਿਸ ਨੂੰ ਇਨਵਾਈਟ ਕਰਨ ਜਾ ਰਿਹਾ ਹੈ ਪਾਰਟੀ ਦੇ ਵਿੱਚ, ਕਿਸ ਨੂੰ ਇਨਵਾਈਟ ਕਰਨ ਜਾ ਰਿਹਾ ਤੂੰ ਪਾਰਟੀ ਦੇ ਵਿੱਚ। ਤਾਂ ਇਸ ਤਰ੍ਹਾਂ ਇਹਨਾਂ ਦੇ ਆਨਸਰ ਨੇ ਜਿਹੜੇ ਆਪਾਂ ਲਿਖਦੇ ਜਾਵਾਂਗੇ। ਹੁਣ ਅਗਲਾ 20.3,
ਦੋ ਨਹੀਂ ਕਰਨਾ ਆਪਾਂ ਨੇ, ਉਸ ਦੇ ਵਿੱਚ ਡਾਇਲੌਗ ਦੀ ਤਰ੍ਹਾਂ ਲਿਖੇ ਹੋਏ ਨੇ, ਤਾਂ ਪੇਪਰ ਦੇ ਵਿੱਚ ਇੰਨੇ 3-3 4-4 ਲਾਈਨਾਂ ਵਾਲੇ ਜਿਹੜੇ ਸੈਂਟੈਂਸ ਨੇ ਉਹ ਨਹੀਂ ਆਉਂਦੇ ਹੁੰਦੇ, ਸਿੰਗਲ ਸੈਂਟੈਂਸ ਵਾਲੇ ਕਰੋ, ਉਹ ਤੁਸੀਂ ਰਹਿਣ ਦਿਓ, ਉਹ ਤੁਸੀਂ ਖੁਦ ਆਪਣੀ ਪ੍ਰੈਕਟਿਸ ਦੇ ਲਈ ਕਰਕੇ ਦੇਖ ਸਕਦੇ ਹੋ, ਬਿਲਕੁਲ ਆਸਾਨ ਨੇ, ਕਰ ਸਕਦੇ ਹੋ। 20.3 ਦੇ ਵਿੱਚ ਕੀ ਕਰਨਾ ਹੈ, ਵਟ ਇਜ਼ ਗੋਇੰਗ ਟੂ ਹੈਪਨ ਇਨ ਦੀਜ਼ ਸਿਚੁਏਸ਼ਨ। ਇਹਨਾਂ ਨੇ ਆਪਾਂ ਨੂੰ ਸਿਚੁਏਸ਼ਨ ਦਿੱਤੀ ਹੈ ਔਰ ਇਸ ਸਿਚੁਏਸ਼ਨ ਦੇ ਵਿੱਚ ਇਹ ਆਪਣੇ ਤੋਂ ਪੁੱਛ ਰਹੇ ਨੇ ਕਿ ਤੁਸੀਂ ਦੱਸੋ ਕਿ ਇਸ ਸਿਚੁਏਸ਼ਨ ਦੇ ਵਿੱਚ ਕੀ ਵਾਪਰਨ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਆਪਾਂ ਇੱਕ ਐਗਜ਼ਾਮਪਲ ਕਰੀ ਸੀ ਪਹਿਲਾਂ ਵੀ ਜਿਹੜੇ ਬੱਦਲ ਨੇ, ਕਾਲੇ ਬੱਦਲ ਆ ਰਹੇ ਨੇ, ਇਹਦਾ ਮਤਲਬ ਓਬਵੀਅਸ ਹੈ ਜਦੋਂ ਕਾਲੇ ਬੱਦਲ ਆ ਰਹੇ ਨੇ ਇਟਸ ਗੋਇੰਗ ਟੂ ਰੇਨ, ਵਰਖਾ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਇਹ ਸਿਚੁਏਸ਼ਨ ਆਪਾਂ ਨੂੰ ਦੇਣਗੇ ਤਾਂ ਉਸ ਸਿਚੁਏਸ਼ਨ ਦੇ ਮੁਤਾਬਕ ਹੁਣ ਅੱਗੇ ਕਿਹੜੀ ਘਟਨਾ ਹੋਵੇਗੀ ਉਹ ਆਪਾਂ ਨੇ ਦੱਸਣਾ ਹੋਊਗਾ, ਹੈ ਨਾ। ਯੂਜ਼ ਦਾ ਵਰਡਸ ਇਨ ਬ੍ਰੈਕਟ। ਬ੍ਰੈਕਟ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਸ਼ਬਦ ਵੀ ਦਿੱਤੇ ਨੇ, ਇਹਨਾਂ ਤੋਂ ਆਪਾਂ ਨੂੰ ਬਿਲਕੁਲ ਅੰਦਾਜ਼ਾ ਹੋ ਜਾਏਗਾ ਕਿ ਕੀ ਵਾਪਰਨ ਜਾ ਰਿਹਾ ਹੈ, ਤਾਂ ਉਹ ਆਪਾਂ ਬਣਾਉਂਦੇ ਜਾਵਾਂਗੇ। ਹੁਣ ਆਪਾਂ ਸਿਰਫ ਦੱਸਾਂਗੇ, ਕੁਐਸਚਨਿੰਗ ਨਹੀਂ ਕਰਾਂਗੇ, ਆਪਾਂ ਦੱਸਾਂਗੇ ਕਿ ਕੀ ਵਾਪਰਨ ਜਾ ਰਿਹਾ ਹੈ ਅੱਗੇ। ਤਾਂ ਉਸ ਦਾ ਸਟਰਕਚਰ ਆਪਾਂ ਬਣਾਵਾਂਗੇ, ਪਹਿਲਾਂ ਸਬਜੈਕਟ, ਫਿਰ ਬੀ ਗੋਇੰਗ ਟੂ। ਬੀ ਗੋਇੰਗ ਟੂ ਮਤਲਬ ਕਿ ਬੀ ਦੇ ਵਿੱਚ ਇੱਥੇ ਫਾਰਮ ਆਏਗੀ ਬੀ ਦੀ ਇਜ਼ ਐਮ ਆਰ, ਫਿਰ ਗੋਇੰਗ ਟੂ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਜਿਹੜੀਆਂ ਇਹਨਾਂ ਨੇ ਆਪਾਂ ਨੂੰ ਦਿੱਤੀਆਂ ਹੋਣਗੀਆਂ ਜਾਂ ਫਿਰ ਆਪਾਂ ਨੇ ਅਕੋਰਡਿੰਗ ਟੂ ਸਿਚੁਏਸ਼ਨ ਯੂਜ਼ ਕਰਨੀਆਂ ਨੇ। ਇਸ ਦੇ ਵਿੱਚ ਵੀ ਜਦੋਂ ਇੱਕ ਬਣਾਵਾਂਗੇ ਤੁਹਾਨੂੰ ਆਪਣੇ ਆਪ ਪਤਾ ਚੱਲਦਾ ਜਾਏਗਾ, ਬਿਲਕੁਲ ਈਜ਼ੀ ਹੈ। ਦੇਖੋ ਫਸਟ ਦੇ ਵਿੱਚ ਕੀ ਕਹਿ ਰਿਹਾ, ਸਿਚੁਏਸ਼ਨ ਕੀ ਦਿੱਤੀ ਹੈ, ਕਹਿੰਦਾ ਦੇਅਰ ਆਰ ਅ ਲੋਟ ਆਫ ਬਲੈਕ ਕਲਾਉਡਸ, ਕਹਿੰਦਾ ਬਹੁਤ ਸਾਰੇ ਕਾਲੇ ਕਾਲੇ ਬੱਦਲ ਹਨ ਇਨ ਦ ਸਕਾਈ, ਕਹਿੰਦਾ ਅਸਮਾਨ ਦੇ ਵਿੱਚ ਬਹੁਤ ਸਾਰੇ ਕਾਲੇ ਕਾਲੇ ਬੱਦਲ ਨੇ। ਹੁਣ ਆਪਾਂ ਅੱਗੇ ਦੇਖਣਾ ਹੈ, ਜੇ ਕਾਲੇ ਕਾਲੇ ਬੱਦਲ ਨੇ ਤਾਂ ਫਿਰ ਅੱਗੇ ਹੁਣ ਕੀ ਹੋਊਗਾ। ਇਹਨਾਂ ਨੇ ਆਪਾਂ ਨੂੰ ਬ੍ਰੈਕਟ ਦੇ ਵਿੱਚ ਵਰਬ ਦੀ ਫਾਰਮ ਵੀ ਦੇਤੀ ਰੇਨ, ਤਾਂ ਓਬਵੀਅਸ ਹੈ ਇਹਨਾਂ ਨੇ ਆਪਾਂ ਨੂੰ ਦੱਸ ਹੀ ਦਿੱਤਾ ਕਿ ਵਰਖਾ ਹੋਣ ਜਾ ਰਹੀ ਹੈ। ਤਾਂ ਸਬਜੈਕਟ ਕੀ ਹੋਊਗਾ, ਵਰਖਾ ਦੀ ਗੱਲ ਕਰ ਰਹੇ ਹਾਂ ਕਿ ਵਰਖਾ ਹੋਣ ਜਾ ਰਹੀ ਹੈ, ਤਾਂ ਸਬਜੈਕਟ ਆਪਾਂ ਇਟ ਲਗਾਵਾਂਗੇ ਵਰਖਾ ਦੇ ਲਈ, ਇਟ, ਫਿਰ ਬੀ ਦੀ ਫਾਰਮ ਇਟ ਦੇ ਨਾਲ ਇਜ਼, ਇਟ ਇਜ਼, ਫਿਰ ਗੋਇੰਗ ਟੂ, ਇਟ ਇਜ਼ ਗੋਇੰਗ ਟੂ, ਫਿਰ ਵਰਬ ਦੀ ਫਸਟ ਫਾਰਮ ਕੀ ਹੋਣ ਜਾ ਰਹੀ ਹੈ, ਰੇਨ, ਇਟ ਇਜ਼ ਗੋਇੰਗ ਟੂ ਰੇਨ, ਫੁੱਲ ਸਟਾਪ। ਇਹ ਬਣ ਗਿਆ। ਅਗਲਾ ਦੇਖੋ, ਇਟ ਇਜ਼ 8:30, ਕਹਿੰਦਾ 8:30 ਨੇ ਜਿਹੜੇ ਉਹ ਹੋ ਚੁੱਕੇ ਨੇ, 8:30 ਵੱਜ ਗਏ। ਟੌਮ ਇਜ਼ ਲੀਵਿੰਗ ਹਿਜ਼ ਹਾਊਸ, ਜਿਹੜਾ ਟੌਮ ਹੈ ਉਹ ਆਪਣਾ ਘਰ ਆ ਜਿਹੜਾ ਘਰ ਤੋਂ ਜਾ ਰਿਹਾ ਹੈ, ਮਤਲਬ ਕਿ, ਹੈ ਨਾ। ਹੀ ਹੈਜ਼ ਟੂ ਬੀ ਐਟ ਵਰਕ ਐਟ 8:45, ਉਸਨੇ ਕੰਮ ਦੇ ਉੱਪਰ 8:45 ਤੇ ਪਹੁੰਚਣਾ। ਬਟ ਦ ਜਰਨੀ ਟੇਕਸ 30 ਮਿੰਟਸ, ਪਰ ਜਿਹੜੀ ਉਸਦੀ ਜਰਨੀ ਹੈ ਉਸਦੀ ਜਰਨੀ ਨੂੰ 30 ਮਿੰਟ ਲੱਗ ਜਾਣਗੇ। ਦੇਖੋ ਹਿਸਾਬ ਲਗਾਓ, 8:30 ਹੋ ਚੁੱਕੇ ਨੇ ਜਦੋਂ ਟੌਮ ਉੱਠਿਆ, ਜਦੋਂ ਟੌਮ ਘਰੋਂ ਚੱਲਣ ਲੱਗਿਆ ਉੱਠ ਕੇ, ਹੈ ਨਾ, 8:30 ਹੋਏ ਪਏ ਸੀ ਉਦੋਂ। ਉਸਨੇ ਕੰਮ ਦੇ ਉੱਪਰ ਪਹੁੰਚਣਾ 8:45 ਤੇ, ਔਰ ਅੱਧੇ ਘੰਟੇ ਦਾ ਉਸਦਾ ਰਸਤਾ ਹੈ, ਮਤਲਬ ਕਿ 8:30 ਵਜੇ ਉਹ ਘਰੋਂ ਨਿਕਲਿਆ ਤਾਂ 30 ਮਿੰਟ ਰਸਤੇ ਦੇ ਵਿੱਚ ਲੱਗ ਜਾਣਗੇ, ਤਾਂ ਉਸ ਨੂੰ ਕੰਮ ਤੇ ਪਹੁੰਚਣ ਦੇ ਮਤਲਬ ਲਈ ਤਾਂ ਕਿੰਨਾ ਸਮਾਂ ਹੋ ਜਾਏਗਾ, 9 ਵੱਜ ਜਾਣਗੇ। ਬਟ ਉਸਨੇ ਪਹੁੰਚਣਾ ਸੀ 8:45 ਤੇ, ਤਾਂ ਇਟ ਮੀਨਸ ਉਹ ਕੀ ਹੋ ਗਿਆ, ਲੇਟ। ਤਾਂ ਟੌਮ ਹੈ ਜਿਹੜਾ, ਹੁਣ ਆਪਾਂ ਕਹਾਂਗੇ ਕਿ ਗੋਇੰਗ ਟੂ ਨਾਲ ਬਣਾਵਾਂਗੇ ਤਾਂ ਆਪਾਂ ਕਹਾਂਗੇ ਕਿ ਟੌਮ ਲੇਟ ਹੋਣ ਜਾ ਰਿਹਾ ਹੈ ਨਾ, ਤਾਂ ਟੌਮ ਲੇਟ ਹੋਣ ਜਾ ਰਿਹਾ ਹੈ, ਤਾਂ ਆਪਾਂ ਕਹਾਂਗੇ ਹੀ, ਟੌਮ ਦੀ ਜਗ੍ਹਾ ਤੇ ਆਪਾਂ ਹੀ ਯੂਜ਼ ਕਰ ਸਕਦੇ ਹਾਂ, he is going to, he is going to। ਹੁਣ ਦੇਖੋ going to ਆ ਗਿਆ ਤਾਂ ਆਪਾਂ ਇਹ ਨਹੀਂ ਕਹਿ ਸਕਦੇ he is going to late, ਆਪਾਂ ਨੂੰ ਹੋਣਾ ਉਹ ਵਰਬ ਦੀ ਫਾਰਮ ਵੀ ਲਗਾਉਣੀ ਪਏਗੀ ਕਿ ਲੇਟ ਹੋਣ ਜਾ ਰਿਹਾ ਹੈ। ਤਾਂ ਹੋਣਾ ਕੀ ਹੁੰਦਾ, be, he is going to be late, ਕਿਉਂਕਿ ਜਿਹੜੀ ਲੇਟ ਹੈ ਇਹ ਵਰਬ ਦੀ ਫਾਰਮ ਨਹੀਂ ਹੈਗੀ, ਇਸ ਲਈ ਆਪਾਂ ਨੂੰ ਵਰਬ ਦੀ ਫਾਰਮ ਹੋਣਾ ਉਹ ਆਪਾਂ ਨੂੰ be ਲਗਾਉਣੀ ਪਈ। ਥਰਡ ਦੇਖੋ, there is a hole, ਇਹ ਹੈਗੀ there is a hole in the bottom of the boat, ਕਹਿੰਦਾ ਬੋਟ ਦੇ ਬੋਟਮ ਨੀਚੇ ਥੱਲੇ ਦੇ ਵਿੱਚ ਇੱਕ ਗਲੀ ਹੈ ਜਿਹੜੀ ਸੁਰਾਖ ਹੈ, ਹੋਲ ਹੈ। a lot of water is coming in through the hole, ਇਸ ਹੋਲ ਦੇ ਥਰੂ ਬਹੁਤ ਸਾਰਾ ਪਾਣੀ ਹੈ ਜਿਹੜਾ ਉਹ ਬੋਟ ਦੇ ਵਿੱਚ ਆ ਰਿਹਾ। ਹੁਣ ਦੇਖੋ ਜੇਕਰ ਬੋਟ ਦੇ ਵਿੱਚ ਪਾਣੀ ਆਈ ਜਾਏਗਾ ਤਾਂ ਬੋਟ ਹੈ ਜਿਹੜੀ ਕੀ ਹੋਵੇਗੀ, ਸਿੰਕ ਹੁੰਦਾ ਡੁੱਬਣਾ, ਤਾਂ ਮਤਲਬ ਆਪਾਂ ਕਹਾਂਗੇ ਜਿਹੜੀ ਬੋਟ ਹੈ ਉਹ ਡੁੱਬਣ ਜਾ ਰਹੀ ਹੈ, ਤਾਂ ਆਪਾਂ ਕਹਾਂਗੇ it is going to sink, ਵਰਬ ਦੀ ਫਾਰਮ ਹੈ ਇੱਥੇ ਇਹੀ ਆ ਜਾਏਗੀ sink, it is going to sink, ਇਹ ਡੁੱਬਣ ਜਾ ਰਹੀ ਹੈ। ਚੌਥਾ, ਲੂਸੀ ਐਂਡ ਕ੍ਰਿਸ ਦੋ ਜਣੇ ਨੇ ਆਰ ਡਰਾਈਵਿੰਗ ਕਰ ਰਹੇ ਨੇ ਉਹ। देयर इज वेरी लिटिल पेट्रोल left in the tank, ਟੈਂਕ ਦੇ ਵਿੱਚ ਬਹੁਤ ਹੀ ਥੋੜਾ ਪੈਟਰੋਲ ਹੈ। ਅ ਲਿਟਲ ਮਤਲਬ ਕਿ ਜਿਹਦੇ ਨਾਲ ਕੋਈ ਚੀਜ਼ ਮਤਲਬ ਕੰਮ ਨਾ ਸਰੇ ਉਸ ਨੂੰ ਬੋਲਦੇ ਨੇ ਅ ਲਿਟਲ ਪੈਟਰੋਲ, ਮਤਲਬ ਕਿ ਬਹੁਤ ਥੋੜਾ ਪੈਟਰੋਲ ਰਹਿ ਗਿਆ ਟੈਂਕ ਦੇ ਵਿੱਚ।
द ਨੀਅਰੈਸਟ ਪੈਟਰੋਲ ਸਟੇਸ਼ਨ ਇਜ਼ ਅ ਲੌਂਗ ਵੇ ਅਵੇ। ਔਰ ਜਿਹੜਾ ਸਭ ਤੋਂ ਨੇੜੇ ਦਾ ਪੈਟਰੋਲ ਪੰਪ ਹੈ ਉਸ ਦਾ ਰਸਤਾ ਬਹੁਤ ਲੰਬਾ ਹੈ। ਤਾਂ ਓਬਵੀਅਸ ਹੈ ਟੈਂਕ ਦੇ ਵਿੱਚ ਪੈਟਰੋਲ ਬਹੁਤ ਥੋੜਾ ਹੈ ਤੇ ਰਸਤਾ ਜਿਹੜਾ ਉਹ ਬਹੁਤ ਜ਼ਿਆਦਾ ਦੂਰ ਹੈ ਪੈਟਰੋਲ ਪੰਪ ਦਾ। ਤਾਂ ਮਤਲਬ ਕਿ ਉਹਨਾਂ ਦਾ ਪੈਟਰੋਲ ਆ ਜਿਹੜਾ ਉਹ ਖਤਮ ਹੋਣ ਜਾ ਰਿਹਾ ਹੈ, ਆਪਾਂ ਇਹ ਕਹਾਂਗੇ। ਤਾਂ ਰਨ ਆਊਟ, ਇਹਨਾਂ ਨੇ ਕਿਹਾ ਰਨ ਆਊਟ। ਰਨ ਆਊਟ ਦਾ ਮਤਲਬ ਹੁੰਦਾ ਖਤਮ ਹੋਣਾ ਜਾਂ ਮੁੱਕਣਾ। ਹੁਣ ਦੋ ਜਣੇ ਨੇ, ਸਬਜੈਕਟ ਕੀ ਹੋਇਆ, ਦੋ ਜਣੇ ਨੇ ਲੂਸੀ ਐਂਡ ਕ੍ਰਿਸ, ਤਾਂ ਦੇ। ਤਾਂ ਆਪਾਂ ਕਹਾਂਗੇ ਕਿ ਉਹਨਾਂ ਦਾ ਪੈਟਰੋਲ ਖਤਮ ਹੋਣ ਜਾ ਰਿਹਾ ਹੈ। ਦੇ ਆਰ ਗੋਇੰਗ ਟੂ, ਵੀ ਪੈਟਰੋਲ ਦੇ ਕਣੀਓ ਉਹ ਖਾਲੀ ਹੋਣ ਜਾ ਰਹੇ ਨੇ ਜਾਂ ਫਿਰ ਪੈਟਰੋਲ ਉਹਨਾਂ ਦਾ ਮੁੱਕਣ ਜਾ ਰਿਹਾ ਹੈ। ਦੇ ਆਰ ਗੋਇੰਗ ਟੂ ਰਨ ਆਊਟ, ਦੇ ਆਰ ਗੋਇੰਗ ਟੂ ਰਨ ਆਊਟ। ਹੁਣ ਇੱਥੇ ਇਕੱਲੇ ਰਨ ਆਊਟ ਤੇ ਆਪਾਂ ਸਟਾਪ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਦੱਸਣਾ ਪਏਗਾ ਦੇ ਆਰ ਗੋਇੰਗ ਟੂ ਰਨ ਆਊਟ, ਹੈ ਨਾ, ਵੀ ਕਿਸ ਚੀਜ਼ ਦੀ ਉਹਨਾਂ ਲਵੇ ਘਾਟ ਹੋਣ ਜਾ ਰਹੀ ਹੈ। ਤਾਂ ਪੈਟਰੋਲ ਦੀ, ਰਨ ਆਊਟ ਆਫ ਪੈਟਰੋਲ, ਰਨ ਆਊਟ ਆਫ ਪੈਟਰੋਲ, ਇਹ ਇਸ ਦਾ ਆਨਸਰ ਆਏਗਾ। ਸੋ ਆਪਾਂ ਨੇ ਸੈਕੰਡ ਨਹੀਂ ਕਰਨਾ, ਫਸਟ ਔਰ ਸੈਕੰਡ ਛੱਡ ਕੇ ਆਪਾਂ ਨੇ ਇਹ ਥਰਡ ਕਰਨਾ ਹੈ। ਸੋ ਆਈ ਹੋਪ ਕਿ ਇਹ ਫਸਟ ਅਤੇ ਥਰਡ ਪਾਰਟ ਹੈ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਬਿਲਕੁਲ ਆਸਾਨ ਹੈ, ਬੀ ਗੋਇੰਗ ਟੂ ਦਾ ਹੀ ਯੂਜ਼ ਕਰਨਾ ਹੈ, ਇੱਕ ਇੰਟੈਰੋਗੇਟਿਵ ਔਰ ਦੂਸਰਾ ਇੱਕ ਅਜ਼ਰਟਿਵ। ਐਂਡ ਹੁਣ ਅੱਗੇ ਆਪਣੀ ਇਸ ਯੂਨਿਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਦੇਖੋ ਕੀ ਕਰਨਾ ਹੈ, ਕੰਪਲੀਟ ਦਾ ਸੈਂਟੈਂਸਸ ਵਿਦ ਵਾਜ਼ ਵਰ ਗੋਇੰਗ ਟੂ। ਹੁਣ ਆਪਾਂ ਨੇ ਸੈਂਟੈਂਸ ਨੇ ਜਿਹੜੇ ਦੇਖੋ ਇਹ ਕੰਪਲੀਟ ਕਰਨੇ ਨੇ, ਹਾਲਾਂਕਿ ਮੈਂ ਪਹਿਲਾਂ ਤੋਂ ਫਿਲ ਕਰ ਦਿੱਤੇ ਨੇ ਤਾਂ ਕਿ ਵੀਡੀਓ ਹੈ ਜਿਹੜੀ ਉਹ ਜ਼ਿਆਦਾ ਲੰਬੀ ਨਾ ਹੋਵੇ, ਥੋੜਾ ਸ਼ਾਰਟ ਹੋ ਜੇ। ਸੋ ਫਿਲਹਾਲ ਕਰਨਾ ਕੀ ਹੈ, ਇਹਨਾਂ ਨੂੰ ਤੁਸੀਂ ਬਲੈਂਕ ਹੈ ਜਿਹੜਾ ਉਹ ਮੰਨ ਕੇ ਚੱਲੋ ਕਿ ਕੁਝ ਵੀ ਨਹੀਂ ਭਰਿਆ ਹੋਇਆ ਜੋ ਆਪਾਂ ਨੇ ਬਲੂ ਦੇ ਵਿੱਚ ਭਰੇ ਨੇ। ਕੰਪਲੀਟ ਦਾ ਸੈਂਟੈਂਸਸ, ਇਹਨਾਂ ਸੈਂਟੈਂਸ ਨੂੰ ਕੰਪਲੀਟ ਕਰੋ ਵਿਦ ਵਾਜ਼ ਵਰ ਗੋਇੰਗ ਟੂ। ਹੁਣ ਇੱਥੇ ਵਾਜ਼ ਵਰ ਗੋਇੰਗ ਟੂ ਦਾ ਆਪਾਂ ਨੇ ਯੂਜ਼ ਕਰਨਾ ਹੈ ਪਲੱਸ ਦਾ ਫੋਲੋਇੰਗ ਵਰਡਸ, ਔਰ ਉਹਨਾਂ ਤੋਂ ਬਾਅਦ ਇਹ ਫੋਲੋਇੰਗ ਜਿਹੜੇ ਵਰਡਸ ਨੇ ਢੁਕਵੇਂ ਉਹਨਾਂ ਦਾ ਆਪਾਂ ਨੇ ਯੂਜ਼ ਕਰਨਾ। ਹੁਣ ਵਾਜ਼ ਵਰ ਗੋਇੰਗ ਟੂ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਮੈਂ ਤੁਹਾਨੂੰ ਦੱਸਿਆ ਸੀ ਐਂਡ ਤੇ ਇੱਕ ਰੂਲ ਹੈ ਜਿਹੜਾ ਆਪਾਂ ਲਿਖਾਇਆ ਸੀਗਾ ਕਿ ਜਦੋਂ ਆਪਾਂ ਇਹ ਗੱਲ ਕਹਿਣੀ ਹੋਵੇ ਕਿ ਮੈਂ ਇਹ ਕੰਮ ਕਰਨ ਜਾ ਰਿਹਾ ਸੀ ਬਟ ਮੈਂ ਨਹੀਂ ਕੀਤਾ। ਐਗਜ਼ਾਮਪਲ ਦੀ ਆਪਣੇ ਲਵੇ ਕਿ ਅਸੀਂ ਕਾਰ ਦੇ ਵਿੱਚ ਜਾਣਾ ਡਿਸਾਈਡ ਕੀਤਾ ਕਿ ਅਸੀਂ ਕਾਰ ਦੇ ਵਿੱਚ ਵੀ ਵਰ ਗੋਇੰਗ ਟੂ ਟਰੈਵਲ ਬਾਏ ਕਾਰ, ਕਿ ਅਸੀਂ ਕਾਰ ਦੁਆਰਾ ਟਰੈਵਲ ਜਿਹੜਾ ਕਰਨ ਜਾ ਰਹੇ ਸੀ ਬਟ ਵੀ ਡਿਡਨਟ, ਪਰ ਬਾਅਦ ਦੇ ਵਿੱਚ ਅਸੀਂ ਨਹੀਂ ਕੀਤਾ। ਇਸ ਤਰ੍ਹਾਂ ਦੇ ਸੈਂਟੈਂਸ ਨੇ ਜਿਹੜੇ ਉਹ ਇਸ ਦੇ ਵਿੱਚ ਆਉਣਗੇ ਵੀ ਕੋਈ ਕੰਮ ਕਰਨ ਅਸੀਂ ਜਾ ਰਹੇ ਸੀ ਬਟ ਉਹ ਅਸੀਂ ਨੇ ਕੰਮ ਨਹੀਂ ਕੀਤਾ, ਬਸ ਇੰਨਾ ਯਾਦ ਰੱਖਿਓ। ਜਿਵੇਂ ਦੇਖੋ ਫਸਟ ਦੇ ਵਿੱਚ ਉਦੋਂ ਅੱਜ ਢੁਕਵੇਂ ਸ਼ਬਦ ਆਪਾਂ ਨੂੰ ਆਪਣੇ ਆਪ ਪਤਾ ਚੱਲਣਗੇ। ਇਹ ਫਿਲਹਾਲ ਇਹਨੂੰ ਤੁਸੀਂ ਬਲੈਂਕ ਹੀ ਮੰਨੋ। ਇੱਥੇ ਕੀ ਕਹਿ ਰਿਹਾ ਪਹਿਲੇ ਦੇ ਵਿੱਚ, ਕਹਿੰਦਾ ਵੀ ਬਾਈ ਟ੍ਰੇਨ ਬਟ ਦੈਨ, ਪਰ ਬਾਅਦ ਦੇ ਵਿੱਚ ਵੀ ਡਿਸਾਈਡਡ ਟੂ ਗੋ ਬਾਈ ਕਾਰ ਇੰਸਟੈਡ, ਪਰ ਬਾਅਦ ਦੇ ਵਿੱਚ ਅਸੀਂ ਨੇ ਸੋਚਿਆ ਕਿ ਆਪਾਂ ਇਸ ਦੇ ਬਦਲੇ ਕਾਰ 'ਚ ਹੀ ਚੱਲਦੇ ਹਾਂ। ਇਹਦਾ ਮਤਲਬ ਓਬਵੀਅਸ ਹੈ ਪਹਿਲਾਂ ਉਹਨਾਂ ਨੇ ਮਤਲਬ ਕਿ ਪਹਿਲਾਂ ਟ੍ਰੇਨ ਦੇ ਦੁਆਰਾ ਜਾਣ ਦੀ ਗੱਲ ਕੀਤੀ ਹੋਊਗੀ, ਤਾਂ ਕਰਕੇ ਟ੍ਰੇਨ 'ਚ ਟਰੈਵਲ। ਹੁਣ ਟ੍ਰੇਨ ਦੇ ਨਾਲ ਇੱਥੇ ਜਾਣ ਦੀ ਗੱਲ ਹੋ ਰਹੀ ਹੈ, ਹੁਣ ਪਲੇ ਤਾਂ ਨਹੀਂ ਹੋਊਗਾ ਜਾਂ ਸੇ ਤਾਂ ਨਹੀਂ ਹੋਊਗਾ, ਫੋਨ ਨਹੀਂ ਹੋਊਗਾ, ਗਿਵ ਅਪ ਜਾਂ ਬਾਈ ਨਹੀਂ ਹੋਊਗਾ, ਟ੍ਰੇਨ ਥੋੜੇ ਨਾ ਖਰੀਦਣਗੇ, ਹੈ ਨਾ, ਟਰੈਵਲ ਕਰਨਗੇ। ਤਾਂ ਕਰਕੇ ਵੀ ਦੇ ਨਾਲ ਵਰ ਆਏਗਾ, ਵੀ ਵਰ ਉਹਦਾ ਚ ਗੋਇੰਗ ਟੂ, ਵੀ ਵਰ ਗੋਇੰਗ ਟੂ, ਫਿਰ ਟਰੈਵਲ ਲਾ ਤਾਂ ਆਪਾਂ ਨੇ ਟਰੈਵਲ ਬਾਈ ਟ੍ਰੇਨ, ਮਤਲਬ ਕਿ ਅਸੀਂ ਟ੍ਰੇਨ ਦੁਆਰਾ ਯਾਤਰਾ ਕਰ ਰਹੇ ਸੀ ਪਰ ਬਾਅਦ ਦੇ ਵਿੱਚ ਅਸੀਂ ਡਿਸਾਈਡ ਕੀਤਾ ਕਿ ਕਾਰ ਦੁਆਰਾ ਕਰਾਂਗੇ। ਸੈਕਿੰਡ, ਆਈ ਸਮ ਨਿਊ ਕਲੋਥਸ। ਹੁਣ ਦੇਖੋ ਕੱਪੜਿਆਂ ਦੀ ਗੱਲ ਹੋ ਰਹੀ ਹੈ, ਆਈ ਸਮ ਨਿਊ ਕਲੋਥਸ ਯੈਸਟਰਡੇ। ਉਸ ਤੋਂ ਅੱਗੇ ਬਟ ਆਈ ਵਾਜ਼ ਵੈਰੀ ਬਿਜ਼ੀ ਐਂਡ didn't have time to go to the shops। ਹੁਣ ਦੇਖੋ ਦੁਕਾਨ ਤੇ ਜਾਣ ਦੀ ਗੱਲ ਹੋ ਰਹੀ ਹੈ ਤੇ ਕੱਪੜਿਆਂ ਦੀ ਗੱਲ ਹੋ ਰਹੀ ਹੈ, ਤਾਂ ਇਹਨਾਂ ਦੇ ਵਿੱਚੋਂ ਕੀ ਹੋਊਗਾ, ਦੁਕਾਨ ਤੇ ਜਾ ਕੇ ਕੱਪੜਿਆਂ ਨੂੰ ਗਿਵ ਅਪ ਥੋੜੀ ਨਾ ਕਰਾਂਗੇ, ਫੋਨ ਥੋੜੀ ਕਰਾਂਗੇ, ਪਲੇ ਥੋੜੀ ਕਰਾਂਗੇ, ਸੇ ਥੋੜੀ ਕਰਾਂਗੇ, ਖਰੀਦਾਂਗੇ ਬਾਏ। ਤਾਂ ਇਹ ਜਿਹੜਾ ਸ਼ਬਦ ਹੈ ਇਹ ਆਪਾਂ ਯੂਜ਼ ਕਰਾਂਗੇ। ਉਸ ਤੋਂ ਪਹਿਲਾਂ ਵਾਜ਼ ਵਰ ਗੋਇੰਗ ਟੂ, ਆਈ ਦੇ ਨਾਲ ਵਾਜ਼, ਆਈ ਵਾਜ਼ ਗੋਇੰਗ ਟੂ, ਉਸ ਤੋਂ ਬਾਅਦ ਇੱਥੇ ਲਾ ਦਾਂਗੇ ਬਾਏ। ਆਈ ਵਾਜ਼ ਗੋਇੰਗ ਟੂ ਬਾਏ ਸਮ ਨਿਊ ਕਲੋਥਸ ਯੈਸਟਰਡੇ। ਕੱਲ ਮੈਂ ਕੁਝ ਕੱਪੜੇ ਖਰੀਦਣ ਗਿਆ ਪਰ ਬਾਅਦ ਦੇ ਵਿੱਚ ਮੈਨੂੰ ਕੁਝ ਕੰਮ ਹੋ ਗਿਆ, ਹੈ ਨਾ, ਮੈਂ ਬਿਜ਼ੀ ਹੋ ਗਿਆ ਤੇ ਮੈਂ ਦੁਕਾਨ ਤੇ ਨਹੀਂ ਜਾ ਪਾਇਆ। ਦੇਖੋ ਉਹੀ ਗੱਲ ਆ ਗਈ ਕਿ ਅਸੀਂ ਕੁਝ ਕਰਨ ਲਈ ਡਿਸਾਈਡ ਕੀਤਾ ਪਰ ਬਾਅਦ ਦੇ ਵਿੱਚ ਕੀਤਾ ਨਹੀਂ। ਥਰਡ, ਓਲੀਵਰ ਐਂਡ ਆਈ। ਓਲੀਵਰ ਤੇ ਆਈ, ਓਲੀਵਰ ਅਤੇ ਮੈਂ ਦੋ ਜਣੇ ਹੋ ਗਏ, ਤਾਂ ਕਰਕੇ ਵਾਜ਼ ਵਰ ਗੋਇੰਗ ਟੂ ਦੇ ਵਿੱਚੋਂ ਵਰ ਗੋਇੰਗ ਟੂ। ਉਸ ਤੋਂ ਬਾਅਦ ਅੱਗੇ ਕੀ ਕਹਿ ਰਿਹਾ, ਓਲੀਵਰ ਐਂਡ ਆਈ ਵਰ ਗੋਇੰਗ ਟੂ ਟੈਨਿਸ ਲਾਸਟ ਵੀਕ। ਟੈਨਿਸ ਇੱਕ ਗੇਮ ਹੈ, ਓਬਵੀਅਸ ਹੈ, ਤਾਂ ਖੇਡਣ ਦੀ ਗੱਲ ਹੋ ਰਹੀ ਹੈ ਤਾਂ ਪਲੇ ਹੀ ਆਏਗਾ। ਗੋਇੰਗ ਟੂ ਪਲੇ
ਟੈਨਿਸ ਲਾਸਟ ਵੀਕ, ਮਤਲਬ ਅਸੀਂ ਲਾਸਟ ਵੀਕ ਟੈਨਿਸ ਖੇਡਣ ਜਾ ਰਹੇ ਸੀ ਬਟ ਹੀ ਹੈਡ ਟੂ ਕੈਂਸਲ, ਪਰ ਉਸ ਨੂੰ ਕੈਂਸਲ ਕਰਨਾ ਪਿਆ ਬਿਕੋਜ਼ ਹੀ ਹੈਡ ਹਰਟ ਹਿਜ਼ ਨੀ, ਕਿਉਂਕਿ ਉਸ ਦੇ ਗੋਡੇ ਦੇ ਉੱਪਰ ਉਸਨੇ ਸੱਟ ਖਾ ਲਈ। ਚੌਥਾ, ਆਈ ਦੇ ਨਾਲ ਵਾਜ਼ ਲੱਗੇਗਾ, ਆਈ ਵਾਜ਼ ਗੋਇੰਗ ਟੂ। ਹੁਣ ਦੇਖੋ ਆਈ ਵਾਜ਼ ਗੋਇੰਗ ਟੂ ਜੇਨ, ਹੁਣ ਇੱਥੇ ਆਪਾਂ ਨੂੰ ਕੋਈ ਇੱਕ ਤਰਫਾ ਫੈਸਲਾ ਆਪਾਂ ਨਹੀਂ ਕਰ ਸਕਦੇ ਕਿ ਜੇਨ ਨੂੰ ਕੀ ਕਰੂਗਾ ਉਹ, ਹਨਾ। ਆਈ ਵਾਜ਼ ਗੋਇੰਗ ਟੂ ਜੇਨ, ਬਟ ਜੇਕਰ ਆਪਾਂ ਅੱਗੇ ਦੇਖੀਏ ਬਟ ਆਈ ਡਿਸਾਈਡਡ ਟੂ ਈਮੇਲ ਹਰ ਇੰਸਟੈਡ, ਪਰ ਬਾਅਦ ਦੇ ਵਿੱਚ ਮੈਂ ਸੋਚਿਆ ਕਿ ਇਸ ਦੇ ਬਦਲੇ ਮੈਂ ਉਸਨੂੰ ਈਮੇਲ ਕਰ ਦੇਵਾਂ। ਕੁੱਲ ਮਿਲਾ ਕੇ ਜੇਨ ਦੇ ਨਾਲ ਗੱਲ ਕਰਨ ਦੀ ਗੱਲ ਹੋ ਰਹੀ ਹੈ, ਮਤਲਬ ਕਿ ਕਮਿਊਨੀਕੇਟ ਕਰਨ ਦੀ ਗੱਲ ਹੋ ਰਹੀ ਹੈ, ਤਾਂ ਇਹਨਾਂ ਦੇ ਵਿੱਚੋਂ ਕਮਿਊਨੀਕੇਟ ਫੋਨ ਦੇ ਦੁਆਰਾ ਹੀ ਹੋਏਗਾ, ਹਨਾ। ਤਾਂ ਕਰਕੇ ਆਈ ਵਾਜ਼ ਗੋਇੰਗ ਟੂ ਫੋਨ ਜੇਨ, ਮੈਂ ਜੇਨ ਨੂੰ ਫੋਨ ਕਰਨ ਜਾ ਰਿਹਾ ਸੀ ਪਰ ਬਾਅਦ ਦੇ ਵਿੱਚ ਮੈਂ ਡਿਸਾਈਡ ਕਰ ਲਿਆ ਕਿ ਈਮੇਲ ਹੀ ਕਰ ਦਿੰਦਾ। ਪੰਜਵੇਂ ਦਾ ਏ, ਕਹਿੰਦਾ ਵੈਨ ਆਈ ਲਾਸਟ ਸੌ ਟਿਮ, ਜਦੋਂ ਕਹਿੰਦਾ ਮੈਂ ਟਿਮ ਨੂੰ ਲਾਸਟ ਟਾਈਮ ਦੇਖਿਆ ਸੀਗਾ, ਲਾਸਟ ਵਾਰ ਦੇਖਿਆ ਸੀਗਾ, ਹਿਜ਼ ਜੌਬ, ਮਤਲਬ ਕਿ ਹੀ ਦੇ ਨਾਲ ਤਾਂ ਵਾਜ਼ ਗੋਇੰਗ ਟੂ ਤਾਂ ਆਏਗਾ ਹੀ ਆਏਗਾ, ਹੀ ਵਾਜ਼ ਗੋਇੰਗ ਟੂ ਡੈਸ਼ ਹਿਜ਼ ਜੌਬ। ਹੁਣ ਆਪਣੀ ਜੌਬ ਨੂੰ ਕੀ ਕਹਿ ਸਕਦਾ ਉਹ, ਸੇ ਕਹਿ ਸਕਦਾ ਹੈ ਜਾਂ ਫਿਰ ਗਿਵ ਅਪ, ਵੀ ਆਪਣੀ ਜੌਬ ਛੱਡਣਾ ਚਾਹੁੰਦਾ ਹੈ। ਜੇਕਰ ਇੱਥੇ ਆਪਾਂ ਨੂੰ ਕੰਪਲੀਟ ਸਮਝ ਨਹੀਂ ਵੀ ਆ ਰਿਹਾ, ਆਪਾਂ ਅਗਲਾ ਜਿਹੜਾ ਸੈਂਟੈਂਸ ਹੈ ਪੜਾਂਗੇ ਉਸ ਤੋਂ ਬਿਲਕੁਲ ਇੱਕ ਤਰਫਾ ਹੋ ਜਾਏਗਾ। ਤਾਂ ਬੀ ਕੀ ਕਹਿ ਰਿਹਾ, ਕਹਿੰਦਾ ਦੈਟਸ ਰਾਈਟ, ਕਹਿੰਦਾ ਹਾਂ ਬਿਲਕੁਲ ਸਹੀ ਹੈ, ਬਟ ਪਰੰਤੂ ਇਨ ਦਾ ਐਂਡ, ਪਰ ਐਂਡ ਤੇ ਹੀ ਡਿਸਾਈਡਡ, ਉਸਨੇ ਡਿਸਾਈਡ ਕੀਤਾ ਟੂ ਸਟੇ ਵੇਅਰ ਹੀ ਵਾਜ਼, ਪਰ ਬਾਅਦ ਚ ਉਸਨੇ ਡਿਸਾਈਡ ਕੀਤਾ ਕਿ ਉਹ ਉੱਥੇ ਹੀ ਰਹੇਗਾ ਜਿੱਥੇ ਉਹ ਸੀ, ਮਤਲਬ ਕਿ ਉਸਨੇ ਪਹਿਲਾਂ ਛੱਡ ਕੇ ਜਾਣ ਦੀ ਗੱਲ ਕੀਤੀ ਹੋਏਗੀ, ਤਾਂ ਹੀ ਬਾਅਦ ਦੇ ਵਿੱਚ ਬੀ ਕਹਿ ਰਿਹਾ ਕਿ ਹਾਂ ਉਸਨੇ ਗੱਲ ਕੀਤੀ ਸੀ ਪਰ ਬਾਅਦ ਦੇ ਵਿੱਚ ਡਿਸਾਈਡ ਕਰ ਲਿਆ ਕਿ ਉੱਥੇ ਹੀ ਰਹੇਗਾ, ਮਤਲਬ ਕਿ ਪਹਿਲਾਂ ਗਿਵ ਅਪ ਕਰਨ ਦੀ ਗੱਲ ਕੀਤੀ ਸੀ। ਤਾਂ ਆਏਗਾ ਵੈਨ ਆਈ ਲਾਸਟ ਸੌ ਟਿਮ, ਜਦੋਂ ਮੈਂ ਟਿਮ ਨੂੰ ਲਾਸਟ ਟਾਈਮ ਮਿਲਿਆ, ਹੀ ਵਾਜ਼ ਗੋਇੰਗ ਟੂ ਗਿਵ ਅਪ ਹਿਜ਼ ਜੌਬ, ਉਹ ਆਪਣੀ ਜੌਬ ਛੱਡਣ ਜਾ ਰਿਹਾ ਸੀ। ਤਾਂ ਬੀ ਕਹਿੰਦਾ ਦੈਟਸ ਰਾਈਟ ਬਟ ਇਨ ਦਾ ਐਂਡ ਹੀ ਡਿਸਾਈਡਡ ਟੂ ਸਟੇ ਵੇਅਰ ਹੀ ਵਾਜ਼, ਉਹ ਬਾਅਦ ਦੇ ਵਿੱਚ ਉਸਨੇ ਡਿਸਾਈਡ ਕੀਤਾ ਕਿ ਜਿੱਥੇ ਉਹ ਹੈਗਾ ਉੱਥੇ ਹੀ ਰਹੇਗਾ। ਛੇਵਾਂ, ਆਈ ਐਮ ਸੌਰੀ ਆਈ ਇੰਟਰਪਟ ਯੂ, ਕਹਿੰਦਾ ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਇੰਟਰਪਟ ਮਤਲਬ ਕਿ ਤੁਹਾਨੂੰ ਵਿੱਚ ਡਿਸਟਰਬ ਕੀਤਾ। ਆਈ ਇੰਟਰਪਟ ਯੂ, ਵਟ ਡੈਸ਼ ਯੂ, ਉਹਦੇ ਬਾਅਦ ਫਿਰ ਡੈਸ਼। ਹੁਣ ਇਹ ਆਪਾਂ ਯੂਜ਼ ਤਾਂ ਵਾਜ਼ ਵਰ ਗੋਇੰਗ ਟੂ ਹੀ ਕਰਨਾ ਹੈ, ਇੰਟੈਰੋਗੇਟਿਵ ਹੈ ਤਾਂ ਵਾਜ਼ ਦੇ ਬਾਅਦ ਅੱਗੇ ਆਏਗਾ ਫਿਰ ਸਬਜੈਕਟ ਫਿਰ ਗੋਇੰਗ ਟੂ, ਜਿਵੇਂ ਪਹਿਲਾਂ ਵਟ ਆ ਗਿਆ ਉਸ ਤੋਂ ਬਾਅਦ ਯੂ ਆ ਗਿਆ, ਯੂ ਦੇ ਨਾਲ ਵਰ, ਵਟ ਵਰ ਯੂ ਗੋਇੰਗ ਟੂ, ਕਹਿੰਦਾ ਸੌਰੀ ਮੈਂ ਤੁਹਾਨੂੰ ਇੰਟਰਪਟ ਕੀਤਾ, ਵਿਚਾਲੇ ਰੋਕਿਆ। ਵਟ ਵਰ ਯੂ ਗੋਇੰਗ ਟੂ ਸੇ, ਤੁਸੀਂ ਕੀ ਕਹਿਣ ਜਾ ਰਹੇ ਸੀਗੇ, ਆਪਾਂ ਇਹ ਗੱਲ ਤਾਂ ਹੀ ਕਹਿੰਦੇ ਕਿ ਮੈਂ ਤੁਹਾਨੂੰ ਵਿਚਾਲੋਂ ਰੋਕਿਆ, ਹੁਣ ਦੱਸੋ ਵਟ ਆਰ ਯੂ ਗੋਇੰਗ ਟੂ ਸੇ, ਤੁਸੀਂ ਕੀ ਕਹਿਣਾ ਚਾਹ ਰਹੇ ਸੀਗੇ। ਇਹ ਸੀ ਆਪਣੀ ਯੂਨਿਟ ਨੰਬਰ 20, ਇਸ ਦੇ 3 ਹੀ ਪਾਰਟ ਕਰਨੇ ਨੇ, ਸੈਕਿੰਡ ਨਹੀਂ ਕਰਨਾ। ਥੋੜੀ ਵੀਡੀਓ ਲੰਬੀ ਹੋ ਗਈ ਸ਼ਾਇਦ, ਕਿਉਂਕਿ ਫਸਟ ਹੈ ਜਿਹੜੇ ਪਾਰਟ ਉਸ ਦੇ ਵਿੱਚ ਆਪਾਂ ਨੇ ਥੋੜਾ ਤੁਹਾਨੂੰ ਰੂਲਸ ਨੇ ਜਿਹੜੇ ਸਮਝਾਏ ਸੀਗੇ। ਜੇਕਰ ਤੁਸੀਂ ਚਾਹੋ ਤਾਂ ਉਹਨਾਂ ਨੂੰ ਥੋੜਾ ਜਲਦੀ ਲੰਘਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹ ਤੁਹਾਡੇ ਲਈ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਸਿਰਫ ਤੁਸੀਂ ਨੇ ਫਰਕ ਤੁਹਾਨੂੰ ਜੇ ਪਤਾ ਚੱਲ ਗਿਆ ਕਿ ਪ੍ਰੈਜ਼ੈਂਟ ਕੰਟੀਨਿਊਸ ਤੇ ਬੀ ਗੋਇੰਗ ਟੂ ਦੇ ਵਿੱਚ ਕੀ ਫਰਕ ਹੈ, ਤੁਸੀਂ ਆਸਾਨੀ ਦੇ ਨਾਲ ਜਿਹੜੀ ਐਕਸਰਸਾਈਜ਼ ਹੈ ਸਾਰੀ ਤੁਸੀਂ ਖੁਦ ਬਣਾ ਸਕਦੇ ਹੋ। ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।